ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ਾਂ ਰਹਿਮਤਾਂ ਦਾ ਸਦਕਾ ਗੁਰੂ ਖਾਲਸਾ ਪੰਥ ਪ੍ਰਕਾਸ਼ ਗੁਰੂ ਖਾਲਸੇ ਜੀ ਦਾ ਜੋ ਇਤਿਹਾਸ ਹੈ ਪੰਥ ਪ੍ਰਕਾਸ਼ ਨਾਮ ਗ੍ਰੰਥ ਦੇ ਅੰਦਰ ਆਪਾਂ ਇਸ ਮਹਾਨ ਇਤਿਹਾਸ ਨੂੰ ਸਰਵਣ ਕਰਦੇ ਆ ਰਹੇ ਹਾਂ। ਸੋ ਜਿਸ ਤਰ੍ਹਾਂ ਪਿਛਲੇ ਪ੍ਰਸੰਗ ਦੇ ਅੰਦਰ ਆਪਾਂ ਸਰਵਣ ਕੀਤਾ ਕਿ ਜਦੋਂ ਅੰਗਰੇਜ਼ ਜਿਹੜਾ ਸੀ ਉਹ ਕਾਬਜ਼ ਹੋ ਗਿਆ, ਆਗਰੇ ਤੋਂ ਲੈ ਕਰਕੇ ਦਿੱਲੀ ਤੱਕ ਉਹ ਗੌਹਰ ਅਲੀ ਬਾਦਸ਼ਾਹ ਉਸ ਸਮੇਂ ਦਾ ਸੀ। ਉਸ ਦੇ ਨਾਲ ਉਸਨੇ ਜਦੋਂ ਮਿਲਾਪ ਕੀਤਾ, ਇੰਨੇ ਚਿਰ ਨੂੰ ਸਿੰਘਾਂ ਨੇ ਉੱਤੇ ਧਾਵਾ ਬੋਲ ਦਿੱਤਾ। ਦੀਵਾਲੀ ਦਾ ਪੁਰਬ ਨੇੜੇ ਹੋਣ ਕਰਕੇ ਰਸਤਾਂ ਪਸਤਾਂ ਲੈਣ ਵਾਸਤੇ ਜਥੇਦਾਰ ਮਹਾਂਪੁਰਸ਼ ਬਾਬਾ ਬਘੇਲ ਸਿੰਘ ਸਾਹਿਬ ਜੀ ਤਿੰਨਾਂ ਦੀ ਅਗਵਾਈ ਦੇ ਵਿੱਚ ਉੱਥੇ ਸਿੱਖ ਫੌਜ ਨੇ ਹੱਲਾ ਬੋਲਿਆ। ਉਹਨਾਂ ਦੇ ਸਰੂਪ ਵੇਖ ਕਰਕੇ, ਉਹਨਾਂ ਦੇ ਚਿਹਰੇ ਵੇਖ ਕਰਕੇ, ਹੱਥਾਂ ਵਿੱਚ ਫੜੇ ਜੰਗੀ ਸ਼ਸਤਰ ਵੇਖ ਕਰਕੇ ਅੰਗਰੇਜ਼ ਹੱਕੇ ਬੱਕੇ ਹੀ ਰਹਿ ਗਏ, ਕੁਝ ਕਹਿ ਹੀ ਨਾ ਸਕੇ। ਸੋ ਫਿਰ ਉਹਨੇ ਜਦੋਂ ਪੰਥ ਪਛਾਣ ਨੂੰ ਵਾਪਸ ਪਰਤਿਆ, ਫਿਰ ਗੌਹਰ ਅਲੀ ਬਾਦਸ਼ਾਹ ਦੇ ਨਾਲ ਜਿਹੜਾ ਉਸ ਵਕਤ ਦਾ ਜਰਨੈਲ ਅਖਤਰ ਲੋਨੀ ਸੀ, ਉਸ ਕੋਈ ਲੋਨੀ ਅਖਤਰ ਵੀ ਕਹਿੰਦੇ ਆ, ਕੋਈ ਅਖਤਰ ਲੋਨੀ ਵੀ ਕਹਿੰਦੇ, ਉਹਦਾ ਇਤਿਹਾਸ ਵਿੱਚ ਨਾਂ ਆਉਂਦਾ ਹੈ। ਸੋ ਉਸ ਨੇ ਪੁੱਛਣਾ ਕੀਤਾ ਬਾਦਸ਼ਾਹ ਦੇ ਕੋਲੋਂ ਵੀ ਇਹ ਕੌਣ ਲੋਕ ਨੇ ਜਿਹੜੇ ਆਏ ਨੇ ਦਿਨ ਦੀਵੀਂ ਤੁਹਾਡੇ ਕੋਲੋਂ ਸਾਰਾ ਕੁਝ ਲੁੱਟ ਪੁੱਟ ਕੇ ਅੱਗੇ ਚਲੇ ਗਏ ਹੈ। ਇਹਨਾਂ ਨੇ ਕਿਹੜਾ ਐਡਾ ਵੱਡਾ ਤੁਹਾਡੀ ਬਾਦਸ਼ਾਹੀ ਦਾ ਕੋਈ ਕਾਰਜ ਕੀਤਾ ਹੈ, ਜਾਂ ਇਹਨਾਂ ਨੇ ਕੋਈ ਤੁਹਾਨੂੰ ਇਲਾਕਾ ਕਿਸੇ ਦੇ ਕਬਜ਼ੇ 'ਚੋਂ ਛੁਡਾ ਕੇ ਦਿੱਤਾ, ਜਾਂ ਇਹਨਾਂ ਨੂੰ ਕਿਸੇ ਬਾਦਸ਼ਾਹ ਨੇ ਰਾਜ ਲਿਖ ਕੇ ਦਿੱਤਾ। ਇਹ ਕਾਰਨ ਕੀ ਹੈ, ਇਹਦੇ ਬਾਰੇ ਮੈਨੂੰ ਨਿਰਣਾ ਕਰਕੇ ਦੱਸੋ। ਉਹ ਆਪਾਂ ਪਿਛਲੇ ਸਾਰੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਆਏ ਹਾਂ ਕਿ ਗੌਹਰ ਅਲੀ ਬਾਦਸ਼ਾਹ ਨੇ ਉਹਨੇ ਕਿਹਾ ਸਾਡੀ ਇੱਕ ਰਈਅਤ ਹੈ, ਅਸੀਂ ਕਦੀ ਨਾਦਰ ਸ਼ਾਹ ਨਾ ਕਦੀ ਅਹਿਮਦ ਸ਼ਾਹ ਅਬਦਾਲੀ ਨਾ ਇੱਧਰ ਉੱਧਰ ਜੰਗਾਂ ਯੁੱਧਾਂ ਦੇ ਵਿੱਚ ਰੁੱਝੇ ਰਹੇ। ਇਹ ਕੌਮ ਸਾਡੇ ਕੋਲੋਂ ਬਾਗੀ ਹੋ ਗਈ ਹੈ, ਸਾਡੀ ਪ੍ਰਜਾ ਦੇ ਲੋਕ ਨੇ, ਸਾਡੀ ਰਿਆਸਤ ਦੇ ਲੋਕ ਨੇ, ਸਾਡੀ ਰਈਅਤ ਹੈ।
ਸੋ ਕੋਈ ਉਹਨੇ ਇਤਿਹਾਸ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਨੇ ਵੀ ਕੋਈ ਵੀ ਦੱਸਣਾ ਨਾ ਕੀਤਾ, ਸਾਰਾ ਕੁਝ ਗਲਤ ਹੀ ਲਿਖਾਇਆ। ਲੋਨੀ ਅਖਤਰ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਬਾਰੇ ਕੋਈ ਜ਼ਿਕਰ ਨਾ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ। ਛੋਟੇ ਸਾਹਿਬਜ਼ਾਦਿਆਂ 'ਤੇ ਕਿਵੇਂ ਜ਼ੁਲਮ ਹੋਇਆ, ਕੁਝ ਵੀ ਇਹ ਲਿਖਾਇਆ ਹੀ ਨਾ, ਕੁਝ ਦੱਸਿਆ ਹੀ ਨਾ। ਇਹ ਪੰਥ ਕਿਵੇਂ ਪ੍ਰਗਟ ਹੋਇਆ, ਕਲਗੀਧਰ ਪਾਤਸ਼ਾਹ ਨੇ ਕੀ ਕਿਰਪਾ ਕੀਤੀ ਹੈ। ਸੋ ਇੱਦਾਂ ਆਪਾਂ ਪਿਛਲੇ ਦਿਨਾਂ 'ਚ ਸਰਵਣ ਕਰਦੇ ਆ ਰਹੇ ਸਾਂ। ਇਸ ਤੋਂ ਅੱਗੇ ਹੁਣ ਇਤਿਹਾਸ ਨੂੰ ਜਿਵੇਂ ਲੱਭਣ ਦੀ ਕੋਸ਼ਿਸ਼ ਕਰੇਗਾ ਇਹ। ਸੋ ਅੰਗਰੇਜ਼ ਲੋਨੀ ਅਖਤਰ, ਇਹਦੇ ਬਾਰੇ ਅੱਗੇ ਸਾਰੇ ਆਪਣੇ ਪੰਥ ਦਾ ਇਤਿਹਾਸ ਸ਼ੁਰੂ ਹੋਵੇਗਾ। ਜਿਵੇਂ ਜਿਵੇਂ ਅੱਗੇ ਆਪਾਂ ਵੱਧਦੇ ਜਾਵਾਂਗੇ ਤਿਵੇਂ ਤਿਵੇਂ ਇਤਿਹਾਸ ਅੱਗੇ ਆਪਾਂ ਸਰਵਣ ਕਰਦੇ ਜਾਵਾਂਗੇ। ਇਹ ਮੁੱਢਲੇ ਪ੍ਰਸੰਗ ਪਹਿਲਾ ਅਤੇ ਦੂਜਾ, ਸੋ ਇਹ ਥੋੜ੍ਹਾ ਜਿਹਾ ਧਿਆਨ ਦੇ ਕਰਕੇ ਸਰਵਣ ਕਰਨ ਵਾਲੇ ਨੇ। ਇਸ ਤੋਂ ਅੱਗੇ ਫਿਰ ਲੜੀ ਵੱਧ ਜਾਵੇਗੀ ਪ੍ਰਸੰਗਾਂ ਦੀ। ਸੋ ਅਗਲਾ ਪ੍ਰਸੰਗ ਆਪਾਂ ਸਰਵਣ ਕਰੀਏ। ਗੁਰੂ ਸਾਹਿਬ ਕਿਰਪਾ ਕਰਨ, ਰਹਿਮਤਾਂ ਬਖਸ਼ਿਸ਼ਾਂ ਕਰਨ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਜਬ ਪਾਤਸ਼ਾਹੇ ਇਮ ਕਯੋ, ਇਨ ਦਇਓ ਰਾਜ ਕਿਨ ਨਾਹੇ। ਗੌਰ ਅਲੀ ਬਾਦਸ਼ਾਹ ਨੇ ਗੱਲ ਲੋਨੀ ਅਖਤਰ ਜਰਨੈਲ ਨੂੰ ਕਹਿਣਾ ਕੀਤੀ ਵੀ ਇਹਨਾਂ ਨੂੰ ਕਿਸੇ ਨੇ ਵੀ ਕੋਈ ਰਾਜ ਭਾਗ ਲਿਖ ਕੇ ਨਹੀਂ ਦਿੱਤਾ, ਕੋਈ ਪਟਾ ਇਹਨਾਂ ਦੇ ਪਾਸ ਨਹੀਂ ਹੈ। ਇਹ ਤਾਂ ਆਪਣੇ ਜ਼ੋਰ ਦੇ ਨਾਲ, ਆਪਣੀਆਂ ਬਾਹਾਂ ਦੇ ਬਲ ਨਾਲ ਹੀ ਆਪਣੇ ਆਪ ਹੀ ਆਕੀ ਹੋਏ ਫਿਰਦੇ ਹਨ। ਹਰੀਏ ਤੇ ਆਕੀ ਹਮ ਭਈ, ਆਏ ਨਾਦਰ ਅਹਿਮਦ ਸ਼ਾਹੇ। ਇਹ ਸਾਡੀ ਰਈਅਤ ਹੈ, ਸਾਡੇ ਕੋਲੋਂ ਆਕੀ ਹੋ ਗਈ, ਕਿਉਂਕਿ ਅਸੀਂ ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਜਿੰਨੀ ਵਾਰੀ ਆਇਆ ਉਹਨਾਂ ਦੇ ਵਿੱਚ ਸਾਡੀ ਹਕੂਮਤ ਉਹਨਾਂ ਨਾਲ ਲੜਾਈ ਝਗੜਾ ਕਰਨ ਵਿੱਚ ਰੁੱਝੀ ਰਹੀ। ਉਦੋਂ ਇਹਨਾਂ ਵੱਲ ਸਾਡੇ ਕੋਲੋਂ ਖਿਆਲ ਨਹੀਂ ਦਿੱਤਾ ਗਿਆ, ਟਾਈਮ ਨਹੀਂ ਇਹਨਾਂ ਨੂੰ ਦਿੱਤਾ ਗਿਆ। ਇਹ ਉਸ ਵਕਤ ਸਾਡੇ ਕੋਲੋਂ ਬਾਗੀ ਹੋ ਗਏ ਹਨ। ਚੌਪਈ ਤਬ ਅੰਗਰੇਜ਼ਨ ਨੇ ਤਿਉਂ ਹੀ ਲਿਖ ਲਿਓ। ਅਤੇ ਭਾਈ ਸਾਹਿਬ ਕਹਿੰਦੇ ਨੇ ਜਿਵੇਂ ਇਹ ਗੌਹਰ ਵਾਲੀ ਬਾਦਸ਼ਾਹ ਲਿਖਾਈ ਗਿਆ ਨਾ, ਅਤੇ ਜਿਹੜਾ ਅੰਗਰੇਜ਼ ਸੀ ਉਹਨੂੰ ਕੋਈ ਪਤਾ ਹੀ ਨਹੀਂ ਸੀ ਵੀ ਸਿੱਖਾਂ ਦਾ ਇਤਿਹਾਸ ਕੀ ਹੈ, ਕਿੱਥੋਂ ਪੈਦਾ ਹੋਈ ਹੈ, ਕਿਹੜੀ ਕੌਮ ਹੈ। ਉਹਨੇ ਉਵੇਂ ਉਸੇ ਤਰ੍ਹਾਂ ਬਾਦਸ਼ਾਹ ਦੇ ਦੱਸਣ ਦੇ ਮੁਤਾਬਕ ਆਪਣੀ ਡਾਇਰੀ ਦੇ ਵਿੱਚ ਲਿਖ ਲੈਣਾ ਕੀਤਾ ਹੈ। ਸਿੰਘਨ ਰਾਜ ਨਾ ਕਿਨਹੂ ਦਇਓ। ਕਿਸੇ ਨੇ ਵੀ ਸਿੰਘਾਂ ਨੂੰ ਰਾਜ ਭਾਗ ਜਿਹੜਾ ਉਹ ਨਹੀਂ ਦਿੱਤਾ। ਨਹੀਂ ਪਰਵਾਨਾ ਸਿੰਘਾਂ ਪਾਹੇ। ਨਾ ਹੀ ਇਹਨਾਂ ਪਾਸ ਕਿਸੇ ਬਾਦਸ਼ਾਹ ਦਾ ਕੋਈ ਆਰਡਰ ਹੈ, ਕੋਈ ਲਿਖਤ ਪੜ੍ਹਤ ਹੈ, ਕੋਈ ਕਾਗਜ਼ ਪੱਤਰ, ਕੁਝ ਵੀ ਇਹਨਾਂ ਦੇ ਕੋਲ ਨਹੀਂ ਹੈ। ਨਹੀਂ ਬਖਸ਼ ਕਰੀ ਕਨ ਕਰੀ ਪਾਤਸ਼ਾਹੀ। ਅਤੇ ਨਾ ਹੀ ਕਿਸੇ ਨੇ ਇਹਨਾਂ ਨੂੰ ਬਖਸ਼ਿਸ਼ ਦੇ ਵਿੱਚ, ਭਾਵ ਕਿ ਨਾਮ ਦੇ ਵਿੱਚ ਕੋਈ ਇਹ ਰਾਜ ਭਾਗ ਕਿਸੇ ਬਾਦਸ਼ਾਹ ਨੇ ਨਹੀਂ ਦੇਣਾ ਕੀਤਾ। ਇਹ ਆਪੇ ਕਾਬਜ਼ ਹੋਏ ਫਿਰਦੇ ਹਨ। ਦੇ ਲੀਸ਼ ਕਹਿਓ ਤਿਮ ਲਿਖਿਓ ਕਿਤਾਬ। ਜਿਵੇਂ ਦਿੱਲੀ ਦੇ ਬਾਦਸ਼ਾਹ ਨੇ, ਗੌਹਰ ਅਲੀ ਨੇ ਕਹਿਣਾ ਕੀਤਾ, ਤਿਵੇਂ ਲੋਨੀ ਅਖਤਰ ਨੇ ਉਸੇ ਤਰ੍ਹਾਂ ਨੋਟ ਕਰੀ ਗਿਆ। ਹੁਕਮ ਪਾਏ ਜੋ ਧਰੀ ਸ਼ਤਾਬ। ਜਦੋਂ ਹੁਕਮ ਪਾ ਕੇ ਨਾ ਉਸ ਵੇਲੇ ਲਿਖ ਕੇ ਜਿਵੇਂ ਬਾਦਸ਼ਾਹ ਦੱਸੀ ਗਿਆ, ਅਤੇ ਉਹ ਉਹਨੂੰ ਹੁਕਮ ਸੀ ਵੀ ਆਪਣੀ ਡਾਇਰੀ ਜਿਹੜੀ ਉਹ ਤਿਆਰ ਕਰਨੀ ਹੈ। ਉਹ ਡਾਇਰੀ ਤਿਆਰ ਕਰਕੇ ਉਹਨੇ ਬੰਦ ਕਰਕੇ ਅਤੇ ਸਿੰਘਾਂ ਦੇ ਬਾਰੇ ਲਿਖ ਦਿੱਤਾ ਵੀ ਇਹ ਆਪੇ ਆਕੀ ਹੋਏ ਫਿਰਦੇ ਹੈ, ਕੋਈ ਇਹਨਾਂ ਦਾ ਰਾਜ ਭਾਗ ਨਹੀਂ। ਇੱਦਾਂ ਲਿਖ ਕਰਕੇ ਅਤੇ ਉਹਨੇ ਆਪਣੀ ਫਾਈਲ ਵਿੱਚ ਨੋਟ ਕਰਕੇ ਸਾਰਾ ਕੁਝ ਸਾਂਭ ਕੇ ਰੱਖ ਲਿਆ। ਸਿੰਘਾਂ ਨੇ ਇੱਥੇ ਰਾਜ ਕਿਵੇਂ ਕੀਤਾ, ਕਿਵੇਂ ਵਧੇ ਫੁੱਲੇ ਨੇ, ਉਹ ਸਾਰਾ ਕੁਝ ਕੋਈ ਜ਼ਿਕਰ ਹੀ ਨਾ ਕੀਤਾ। ਉਹ ਸਾਰੀ ਦੀ ਸਾਰੀ ਕਿਤਾਬ ਉੱਥੇ ਹੀ ਬੰਦ ਕਰ ਦਿੱਤੀ। ਨਹੀਂ ਪਰਵਾਨੋ ਸਿੰਘਨ ਮਾਹੇ। ਅਤੇ ਲਿਖ ਵੀ ਦਿੱਤਾ ਵੀ ਜੋ ਨਹਿ ਪਰਵਾਨੋ ਸਿੰਘਨ ਪਾਹੇ, ਵੀ ਸਿੰਘਾਂ ਦੇ ਕੋਲ ਕੋਈ ਪਰਵਾਨਾ, ਕੋਈ ਪੱਤਰ, ਕੋਈ ਨਾਮ ਵਜੋਂ ਪੰਜਾਬ ਦੇ ਵਿੱਚ ਰਾਜ ਭਾਗ ਜਾਂ ਸਤਲੁਜ ਦੇ ਆਰ ਜਾਂ ਪਾਰ ਜਾਂ ਲਾਹੌਰ ਤੱਕ ਕੋਈ ਵੀ ਇਹਨਾਂ ਕੋਲ ਚਿੱਠੀ ਪੱਤਰ ਨਹੀਂ ਹੈ। ਵੈਸੇ ਧੱਕੇ ਨੇ ਕਬਜ਼ਾ ਕੀਤਾ ਇਹਨਾਂ। ਆਓ ਨੇ ਬਖਸ਼ਿਸ਼ ਕਿਨ ਪਾਤਸ਼ਾਹ। ਨਾ ਹੀ ਇਹਨਾਂ ਨੂੰ ਕਿਸੇ ਪਾਤਸ਼ਾਹ ਨੇ ਕੋਈ ਨਾਮ ਦਿੱਤਾ ਹੋਇਆ। ਰਿਆਇਤ ਆਗੀ ਕਬ ਰਹਿਣੇ ਪਾਏ। ਇਹ ਰਿਆਇਤ ਜਿਹੜੀ ਹੈ, ਪਰਜਾ ਹੈ, ਉਹ ਕਿੰਨਾ ਕੁ ਚਿਰ ਆਕੀ ਰਹਿ ਸਕਦੀ ਹੈ, ਕਿੰਨਾ ਕੁ ਚਿਰ ਬਾਗੀ ਰਹਿ ਸਕਦੀ ਹੈ। ਇਹ ਤਾਂ ਭਲੀ ਪ੍ਰਕਾਰ ਜਿਹੜਾ ਅੰਗਰੇਜ਼ ਉਹ ਜਾਣਦਾ ਸੀ ਵੀ ਸਰਕਾਰ ਕੋਲ, ਹਾਕਮ ਧਿਰ ਦੇ ਕੋਲ ਬੜੇ ਇਹੋ ਜਿਹੇ
ਪੁਆਇੰਟ ਹੁੰਦੇ ਨੇ, ਬੜੇ ਤਰੀਕਿਆਂ ਦੇ ਨਾਲ ਉਹ ਆਪਣੀ ਪ੍ਰਜਾ ਨੂੰ ਦਬਾਉਣ ਵਾਸਤੇ ਕਾਮਯਾਬ ਹੋ ਜਾਂਦੇ। ਲਈਅਗ ਇਨ ਤੇ ਮੁਲਕ ਛਨਾਏ, ਅਤੇ ਅੰਗਰੇਜ਼ ਸਲਾਹਾਂ ਕਰਨ ਲੱਗ ਪਏ ਵੀ ਇਹਨਾਂ ਤੋਂ ਕਿਹੜੇ ਤਰੀਕੇ ਦੇ ਨਾਲ ਕਿਵੇਂ ਮੁਲਕ ਖੋਹ ਲਿਆ ਜਾਵੇ। ਸੋ ਕਿਵੇਂ ਇਹਨਾਂ ਤੋਂ ਆਪਾਂ ਵਾਪਸ ਇਹਨਾਂ ਦਾ ਜਿਹੜਾ ਖਿੱਤਾ ਇਹਨਾਂ ਜਿੱਥੇ ਕਬਜ਼ਾ ਕੀਤਾ, ਕਿਵੇਂ ਉਹ ਇਲਾਕੇ ਇਹਨਾਂ ਤੋਂ ਛੁਡਾ ਲੈਣਾ ਕਰੀਏ। ਜਬ ਅੰਗਰੇਜ਼ ਨੇ ਲਿਖ ਧਰਿਓ, ਜਦ ਅੰਗਰੇਜ਼ਾਂ ਨੇ ਸਾਰਾ ਕੁਝ ਲਿਖ ਕੇ ਇਸ ਤਰ੍ਹਾਂ ਜਿਵੇਂ ਬਾਦਸ਼ਾਹ ਨੇ ਲਿਖਾਇਆ ਉਹ ਲਿਖ ਕਰਕੇ ਉਹਦੇ ਉੱਤੇ ਸਰਚ ਕਰਨ ਲੱਗ ਪਏ। ਸੋ ਉਹਦੇ ਬਾਰੇ ਵਿਚਾਰ ਕਰਨ ਲੱਗ ਪਏ ਵੀ ਆਪਣਾ ਰਾਜ ਭਾਗ ਇੱਥੇ ਕਿਵੇਂ ਕਾਇਮ ਕਰਨਾ ਹੈ। ਇਹ ਤਾਂ ਕੁਝ ਵੀ ਨਹੀਂ ਹੈ, ਇਹਨਾਂ ਮਗਰ ਕੋਈ ਹਾਕਮ ਧਿਰ ਨਹੀਂ ਹੈ, ਕੋਈ ਇਹਨਾਂ ਮਗਰ ਕੋਈ ਸ਼ਕਤੀ, ਕੋਈ ਰਾਜਸੀ ਤਾਕਤ ਨਹੀਂ ਹੈ। ਇਸ ਕਰਕੇ ਕੁਝ ਸਮੇਂ 'ਚ ਇਹਨਾਂ ਨੂੰ ਮਾਰ ਦੇਵਾਂਗੇ, ਇਹਨਾਂ 'ਤੇ ਰਾਜ ਕਾਇਮ ਕਰ ਲਵਾਂਗੇ। ਦੁਸ਼ਟ ਮੁਗਲਨ ਤਬ ਖੁਸ਼ੀਆਂ ਨੂੰ ਭਰਿਓ, ਇਹ ਸਾਰਾ ਕੁਝ ਝੂਠ ਬੋਲ ਕੇ ਨਾ ਅੰਗਰੇਜ਼ ਦੇ ਤਾਈਂ। ਅਤੇ ਭਾਈ ਸਾਹਿਬ ਜੀ ਕਹਿੰਦੇ ਨੇ ਵੀ ਜਿਹੜਾ ਇਹ ਮੁਗਲ ਸੀ ਇਹ ਬੜਾ ਖੁਸ਼ ਹੋਇਆ, ਬੜੀ ਇਹਨੇ ਖੁਸ਼ੀ ਮਾਣੀ ਕਿ ਮੇਰਾ ਹੁਣ ਕੰਮ ਸੌਰ ਜਾਵੇਗਾ, ਠੀਕ ਹੋ ਜਾਵੇਗਾ, ਇਹਨਾਂ ਦੇ ਆਪਸ ਵਿੱਚ ਹੀ ਹੁਣ ਫਸਾਦ ਪੈ ਜਾਵੇਗਾ, ਅੰਗਰੇਜ਼ ਅਤੇ ਸਿੱਖ ਸਰਦਾਰ ਆਪਸ ਵਿੱਚ ਹੀ ਇਹ ਪੰਥ ਲੜ ਪਵੇਗਾ। ਦੋਹਰਾ ਤੁਰਕ ਨਾ ਖੁਸ਼ੀਆਂ ਕਿਮ ਕਰੇ, ਕਿਮ ਕਹੇ ਨਾ ਖੋਟੀ ਬਾਤ। ਅਤੇ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਵੀ ਜਿਹੜਾ ਤੁਰਕ ਹੈ ਉਹ ਕਿਵੇਂ ਖੁਸ਼ੀਆਂ ਨਾ ਕਰੇ, ਕਿਉਂਕਿ ਜੇ ਉਹਦਾ ਖੋਟੀ ਗੱਲ, ਝੂਠੀ ਗੱਲ ਦੱਸਣ ਦੇ ਵਿੱਚ ਹੀ ਉਹਦਾ ਸਾਰਾ ਕਾਰਜ ਹੋ ਜਾਵੇ। ਜੇ ਕਿਸੇ ਦਾ ਝੂਠ ਮਾਰਿਆ ਰਾਜ ਭਾਗ ਸਲਾਮਤ ਰਹਿ ਜਾਵੇ ਅਤੇ ਉਹਨੂੰ ਹੋਰ ਦੱਸੋ ਕੀ ਚਾਹੀਦਾ ਹੈ। ਤੁਰਕਨ ਔ ਹਿੰਦੂਆਂ ਹੋ ਤੋ ਦੀਨ ਮਜ਼ਹਬ ਕੋ ਘਾਤ। ਅਤੇ ਭਾਈ ਸਾਹਿਬ ਕਹਿੰਦੇ ਜਿਹੜੇ ਤੁਰਕਾਂ ਅਤੇ ਹਿੰਦੂਆਂ ਦਾ ਨਾ, ਇਹਨਾਂ ਦਾ ਤਾਂ ਸ਼ੁਰੂ ਤੋਂ ਲੈ ਕਰਕੇ ਮਜ਼ਹਬੀ ਵੈਰ ਹੀ ਹੈ, ਧਰਮ ਦਾ ਵੈਰ ਹੀ ਹੈ। ਇੱਕ ਦੂਜੇ ਨਾਲ ਇਹਨਾਂ ਦੀ ਘਾਟ ਹੀ ਇੱਧਰ ਉੱਧਰ ਬਣਦੀ ਹੈ। ਕਈ ਬਰਸ ਇਮ ਬੀਤਤ ਭਏ, ਕਈ ਸਾਲ ਲੰਘ ਗਏ, ਸੋ ਪਰ ਇਹਨਾਂ ਦੇ ਆਪਸ ਵਿੱਚ ਕਦੀ ਸੁਲ੍ਹਾ ਨਹੀਂ ਹੋਈ, ਕਦੀ ਸੰਧੀ ਨਹੀਂ ਹੋਈ, ਨਾ ਕਦੇ ਮੁਸਲਮਾਨ ਤੁਰਕ ਵਿਸ਼ਵਾਸ ਕਰੇ ਹਿੰਦੂਆਂ 'ਤੇ ਅਤੇ ਨਾ ਕਦੇ ਹਿੰਦੂ ਇਹਨਾਂ 'ਤੇ ਕਰਨ। ਸੋ ਇਹ ਅੰਗਰੇਜ਼ ਸੀ ਜਿਹੜੇ ਨਾ 100 ਸਾਲ ਦੇ ਕਰੀਬ ਰਾਜ ਕੀਤਾ, 100 ਸਾਲ ਦਾ ਸਮਾਂ। ਅਤੇ ਦਿੱਲੀ ਵਿੱਚ ਜਦੋਂ ਇਹ ਕਾਬਜ਼ ਹੋ ਗਏ ਨਾ, ਅਤੇ ਇਸ ਤੋਂ ਦਿੱਲੀ ਤੋਂ ਅੱਗੇ ਵਧਣਾ ਸ਼ੁਰੂ ਕਰ ਰਹੇ ਨੇ ਵੀ ਆਪਾਂ ਕਿਵੇਂ ਗਾਂਹ ਪੰਜਾਬ ਵਿੱਚ ਖੁਸ਼ਹਾਲ ਇਲਾਕਾ, ਇਹਦੇ ਵਿੱਚ ਕਿਵੇਂ ਵਧਣਾ ਹੈ, ਕਿਵੇਂ ਉੱਧਰ ਪਾਣੀਆਂ ਦੇ ਉੱਤੇ ਕਬਜ਼ਾ ਕਰਨਾ ਹੈ, ਕਿਵੇਂ ਦਰਿਆਵਾਂ ਦਾ ਪਾਣੀ ਖੁੱਲ੍ਹਾ ਹੈ ਸਾਰਾ ਨੂੰ ਵਰਤਣਾ। ਉਹ ਅੱਗੇ ਕਾਬਜ਼ ਹੋਣ ਵਾਸਤੇ ਕੋਈ ਸੋਹਣੀ ਖੁਸ਼ਹਾਲ ਧਰਤੀ 'ਤੇ ਕਾਬਜ਼ ਕਿਵੇਂ ਹੋਣਾ, ਉਹ ਵਿਉਂਤਾਂ ਘਟਨੀਆਂ ਉਹਨਾਂ ਕਵੀ ਜੀ ਕਹਿੰਦੇ ਸ਼ੁਰੂ ਕਰ ਦਿੱਤੀਆਂ। ਰਣਜੀਤ ਸਿੰਘ ਮੁਲਖਈਏ ਸੰਤਾਏ, ਇੱਧਰ ਫਿਰ ਹੁਣ ਮਹਾਰਾਜਾ ਰਣਜੀਤ ਸਿੰਘ ਸਾਹਿਬ ਉਹਨਾਂ ਦੇ ਬਾਰੇ ਗੱਲ ਚੱਲ ਪਈ। ਭਾਈ ਸਾਹਿਬ ਕਹਿੰਦੇ ਨੇ ਕੁਝ ਸਮਾਂ ਆਇਆ, ਸੋ ਭਾਈ ਰਤਨ ਸਿੰਘ ਜੀ ਤਾਂ ਕਹਿੰਦੇ ਨੇ ਵੀ ਮਹਾਰਾਜਾ ਰਣਜੀਤ ਸਿੰਘ ਸਤਲੁਜ ਤੋਂ ਪਾਰ ਇੱਧਰ ਆਣ ਕਰਕੇ ਪਟਿਆਲੇ ਦੇ ਰਾਜੇ ਅਤੇ ਨਾਭੇ ਦਾ ਰਾਜਾ, ਫਰੀਦਕੋਟ ਦਾ ਰਾਜਾ, ਕੈਂਥਲ ਦਾ ਰਾਜਾ, ਜੀਂਦ ਦਾ ਰਾਜਾ, ਇਹਨਾਂ ਰਿਆਸਤਾਂ 'ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਸੀ। ਅਤੇ ਇਹ ਰਾਜੇ ਜਿਹੜੇ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਕੁਛ ਜਿਵੇਂ ਕਈ ਵਾਰ ਹੁੰਦਾ ਨਾ ਵੀ ਆਪਣਿਆਂ ਤੋਂ ਅਲਰਜੀ ਹੋ ਜਾਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੈਸੇ ਵੀ ਨਾਨਕੇ ਸੀ ਜੀਂਦ, ਅਤੇ ਕੁਝ ਉਹ ਰਾਜੇ ਇਸ ਕਰਕੇ ਦੇ ਦਬਾਅ 'ਚ ਨਹੀਂ ਸੀ ਆਉਣਾ ਚਾਹੁੰਦੇ ਵੀ ਸਾਡਾ ਇਹ ਦੋਹਤਾ ਹੈ, ਇਹ ਸਾਡੇ 'ਤੇ ਰਾਜ ਕਰੇਗਾ, ਛੋਟੀ ਜਿਹੀ ਉਮਰ ਹੈ ਅਜੇ ਇਹਦੀ, ਸੋ ਫਿਰ ਸਾਨੂੰ ਇਹਦੇ ਥੱਲੇ ਲੱਗਣਾ ਪਵੇਗਾ, ਪਰੇਸ਼ਾਨੀ ਦੇਵੇਗਾ, ਸਾਨੂੰ ਹੜੱਪ ਜਾਏਗਾ ਸਾਰਿਆਂ ਦੇ ਸਾਰਿਆਂ ਨੂੰ, ਸਾਡੇ ਰਾਜ ਭਾਗ ਸਾਰੇ ਖਤਮ ਕਰ ਦੇਵੇਗਾ, ਫਿਰ ਦੋਹਤਾ ਹੈ ਨਾ ਇਹਨੂੰ ਕੁਝ ਕਹਿਣ ਹੀ ਜੋਗੇ ਹੋਵਾਂਗੇ। ਸੋ ਕਈ ਗੱਲਾਂ ਉਹਨਾਂ ਵਿਚਾਰਨਾ ਕੀਤੀਆਂ, ਤਾਂ ਫਿਰ ਜਾ ਕਰਕੇ ਅੰਗਰੇਜ਼ ਦੇ ਨਾਲ ਉਹਨਾਂ ਸੰਧੀ ਕਰ ਲੈਣਾ ਕੀਤੀ ਵੀ ਨਹੀਂ ਹੈ ਤਾਂ ਸਾਨੂੰ ਆਪਸ ਵਿੱਚ ਇਹਨਾਂ 5 ਰਾਜਿਆਂ ਨੇ ਸਲਾਹ ਕਰ ਲਈ, ਫਰੀਦਕੋਟ ਵਾਲਾ ਰਾਜਾ, ਨਾਭੇ ਪਟਿਆਲੇ ਦਾ ਰਾਜਾ, ਕੈਂਥਲ ਦਾ ਰਾਜਾ ਅਤੇ ਜੀਂਦ ਦੇ ਰਾਜੇ ਨੇ, ਵੀ ਹੈ ਤਾਂ ਖਤਰਾ ਹੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਇੱਧਰ ਆ ਗਿਆ, ਉਹ ਵੀ ਸਾਨੂੰ ਦੱਬ ਜਾਵੇਗੀ, ਜੇ ਅੰਗਰੇਜ਼ ਸਾਡੇ 'ਤੇ ਕਾਬਜ਼ ਹੋ ਗਏ ਅਤੇ ਦੱਬਣਗੇ ਉਹ ਵੀ ਸਾਨੂੰ, ਪਰ ਇਹ ਹੈ ਵੀ ਥੋੜ੍ਹਾ ਜਿਹਾ ਅੰਗਰੇਜ਼ਾਂ ਅੱਗੇ ਵੇਰ ਜਾਵਾਂਗੇ, ਕੁਝ ਸਮਾਂ ਲੰਮਾ ਕੱਢ ਜਾਵਾਂਗੇ,
ਪਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਇਹ ਸਮਾਂ ਸਾਨੂੰ ਕੱਢਣ ਨਹੀਂ ਦੇਣਾ, ਸੋ ਇਸ ਕਰਕੇ ਜਾ ਕੇ ਅੰਗਰੇਜ਼ ਨਾਲ ਸੰਧੀ ਕਰ ਆਏ। ਪਰ ਗਿਆਨੀ ਗਿਆਨ ਸਿੰਘ ਜੀ ਉਹ ਆਪਣੇ ਪੰਥ ਪ੍ਰਕਾਸ਼ ਇਤਿਹਾਸ ਦੇ ਵਿੱਚ ਇਹ ਲਿਖਦੇ ਹੈ ਵੀ ਇਹ ਰਾਜੇ ਜਾ ਕਰਕੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਰਾਜ ਸੀ, ਬੜਾ ਸੋਹਣਾ ਰਾਜ ਭਾਗ ਚੱਲ ਰਿਹਾ ਸੀ, ਬੜੇ ਲੋਕਾਂ ਨੂੰ ਨਿਆਂ ਅਤੇ ਇਨਸਾਫ ਪਸੰਦ ਰਾਜ ਸੀ। ਪਰ ਇਹ ਜਿਹੜੇ ਰਾਜੇ ਸੀ ਇਹ ਜਾ ਕਰਕੇ ਅੰਗਰੇਜ਼ ਦੇ ਨਾਲ ਸੰਧੀ ਕਰ ਰਹੇ, ਆਪਣੇ ਆਪ ਨੂੰ ਉਹਦੇ ਅੱਗੇ ਵੇਚ ਆਏ, ਇਉਂ ਕਹਿ ਲਓ। ਅਤੇ ਥੱਲੇ ਆ ਕੇ ਨਾ ਪਰਜਾ ਨੂੰ ਖਪਾਉਣਾ ਤਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਪਰਜਾ ਰੌਲਾ ਪਾਵੇ ਵੀ ਇਹ ਸਾਡੇ ਨਾਲ ਕੀ ਹੋ ਰਿਹਾ, ਧੱਕਾ ਹੋ ਰਿਹਾ, ਰਾਜਿਆਂ ਨੂੰ ਕਵੇ ਜਾ ਕਰਕੇ ਬਾਦਸ਼ਾਹ ਨਾਲ ਗੱਲ ਕਰੋ, ਉਹ ਕਹਿਣ ਵੀ ਆਪਣੀ ਇੱਧਰ ਵਾਲਿਆਂ ਦੀ, ਸਤਲੁਜ ਤੋਂ ਉਰਲੇ ਪਾਸੇ ਵਾਲਿਆਂ ਦੀ ਗੱਲ ਹੀ ਨਹੀਂ ਸੁਣਦਾ ਮਹਾਰਾਜਾ ਰਣਜੀਤ ਸਿੰਘ। ਸੋ ਇਸ ਕਰਕੇ ਨਾ ਪਰਜਾ ਨੂੰ ਹੀ ਬਰਖਲਾਫ ਕਰ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ, ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਤੱਕ ਕੋਈ ਖਬਰ ਇਹਨਾਂ ਪਹੁੰਚਣ ਹੀ ਨਾ ਦਿੱਤੀ। ਗਿਆਨੀ ਗਿਆਨ ਸਿੰਘ ਜੀ ਨੇ ਇਉਂ ਵੀ ਜ਼ਿਕਰ ਕੀਤਾ। ਪਰ ਇੱਥੇ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਵੀ ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਦਬਾ ਕੇ ਜੋੜਨਾ ਚਾਹੁੰਦਾ ਸੀ, ਆਪਣੇ ਵਿੱਚ ਇਹਨਾਂ ਰਿਆਸਤਾਂ ਨੂੰ ਰਲਾਉਣਾ ਚਾਹੁੰਦਾ ਸੀ। ਤਾਂ ਕਰਕੇ ਫਿਰ ਇਹਨਾਂ ਨੇ ਜਾ ਕਰਕੇ ਅੰਗਰੇਜ਼ਾਂ ਦੇ ਨਾਲ ਸੰਧੀ ਕਰ ਲੈਣਾ ਕੀਤੀ। ਉੱਧਰ ਜਾ ਕੇ ਹੱਥ ਮਿਲਾਏ, ਉਹ ਅੰਗਰੇਜ਼ਨ ਕੋਲ ਲੈ ਆਏ। ਉਹ ਜਿੰਨੇ ਵੀ ਸਾਰੇ ਰਜਵਾੜੇ ਸਨ ਇਹਨਾਂ ਦਿੱਲੀ ਦੇ ਜਿਹੜੇ ਅੰਗਰੇਜ਼ ਸੀ, ਦਿੱਲੀ 'ਤੇ ਕਾਬਜ ਹੋਏ, ਉਹਨਾਂ ਨੂੰ ਆਪਣੇ ਨਾਲ ਸੱਦ ਲਿਆ। ਸੋ ਉੱਥੇ ਉਹਨਾਂ ਨੇ ਕਹਿਣਾ ਕੀਤਾ ਵੀ ਇਹ ਜਿੰਨਾ ਸਾਡਾ ਰਾਜ ਭਾਗ ਹੈ ਇਹਦੇ ਨਾਲ ਤੁਸੀਂ ਸਾਡੀਆਂ ਸਰਹੱਦਾਂ ਦੀ ਰੱਖਿਆ ਕਰਨੀ ਕਰੋ, ਰਾਖੀ ਕਰੋ, ਅਸੀਂ ਤੁਹਾਨੂੰ ਮੁਆਵਜ਼ਾ ਦੇਵਾਂਗੇ, ਸਾਰਾ ਕੁਝ ਤੁਹਾਨੂੰ ਦਿਆ ਕਰਾਂਗੇ। ਅੰਗਰੇਜ਼ ਬੜਾ ਖੁਸ਼ ਹੋਇਆ ਵੀ ਇਹ ਤਾਂ ਆਪਣੇ ਆਪ ਹੀ ਚੱਲ ਕਰਕੇ ਸਾਡੇ ਮਤਹਿਤ ਚੱਲ ਕਰਕੇ ਹੋ ਗਏ ਨੇ। ਸੋ ਇਹੋ ਜਿਹਾ ਸਮਾਂ ਇੱਦਾਂ ਬਣਿਆ ਵੀ ਸਾਡੀਆਂ ਆਪਸੀ ਮਤਭੇਦਾਂ ਨੇ, ਸਾਡੀ ਆਪਸੀ ਖੁੰਦਕਬਾਜ਼ੀ ਨੇ, ਐਸੀ ਇਹ ਗੱਲ ਵਿਗੜੀ, ਐਸਾ ਇਹ ਕੰਮ ਵਿਗੜਿਆ ਕਿ ਸਾਡੇ ਬਜ਼ੁਰਗਾਂ ਨੇ ਆਪਣੇ ਸਿਰ ਡਾਹ ਡਾਹ ਕੇ ਥੱਲੇ ਇਸ ਰਾਜ ਭਾਗ ਨੂੰ ਕਾਇਮ ਕੀਤਾ, ਲਾਹੌਰ ਜਾ ਕਰਕੇ ਬਾਦਸ਼ਾਹੀ ਤਖਤ ਕਾਇਮ ਕੀਤਾ। ਸੋ ਥੋੜ੍ਹੀਆਂ ਨਿੱਕੀਆਂ ਗੱਲਾਂ ਤੋਂ ਇਹ ਕੰਮ ਵਿਗੜ ਗਿਆ ਅਤੇ ਰਾਜੇ ਅੰਗਰੇਜ਼ਾਂ ਨੂੰ ਲਿਆ ਕੇ ਲੁਧਿਆਣੇ ਇਹਨਾਂ ਨੇ ਲਿਆਣ ਛਾਉਣੀ ਪਵਾਈ। ਇਹਨਾਂ ਰਾਜਿਆਂ ਨੇ ਵੀ ਆਹ ਸਤਲੁਜ ਦੇ ਕੰਢੇ ਆਣ ਕਰਕੇ ਇੱਥੇ ਤੁਸੀਂ ਛਾਉਣੀ ਪਾ ਲਓ ਅਤੇ ਅਸੀਂ ਸਾਰੇ ਤੁਹਾਡੇ ਮਤਹਿਤ ਹੋ ਜਾਂਦੇ। ਲੁਧਿਆਣੇ ਸੋ ਆਣ ਬਹਾਏ ਅਤੇ ਲੁਧਿਆਣੇ ਵਿੱਚ ਲਿਆ ਕਰਕੇ ਇਹਨਾਂ ਪੰਜੇ ਰਾਜਿਆਂ ਨੇ ਇਸ ਸਤਲੁਜ ਦੇ ਕਿਨਾਰੇ ਤੋਂ ਇੱਧਰ ਜਿੰਨਾ ਵੀ ਥਾਂ ਸੀ ਉਹ ਸਾਰੇ ਦਾ ਸਾਰਾ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਕਰਾ ਦਿੱਤਾ। ਦੋਹਰਾ ਸਾਲ 1800 ਬਿੱਤੇ ਅਦਕ 64 ਸੋਏ। 1864 ਦੇ ਵਿੱਚ ਆ ਕੇ 1864 ਬਿਕਵਰੀ ਭਾਵ 57 ਦੇ ਵਿੱਚੋਂ ਕੱਢ ਦਿਓ ਅਤੇ 1807 ਜਾਂ 8 ਸਾਲ ਬਣ ਗਏ। 1807 ਜਾਂ 8 ਸਾਲ ਦੇ ਵਿੱਚ ਅੰਗਰੇਜ਼ ਜਦੋਂ ਸੀ ਉਹ ਆਣ ਕਰਕੇ ਕਾਬਜ ਹੋ ਗਿਆ। ਮੋੜਿਓ ਪਾਰ ਉਤਾਰ ਤਿੰਨ ਰਣਜੀਤ ਸਿੰਘ ਦਲ ਜੋਏ। ਜੋ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਜਦੋਂ ਇੱਧਰ ਆਇਆ ਨਾ ਕਿ ਮੈਂ ਜਾਣਾ ਹਾਂ ਆਪਣੀ ਪਰਜਾ ਵੱਲ, ਉੱਧਰ ਵੇਖ ਕੇ ਆਉਣਾ ਵੀ ਨਾਨਕਿਆਂ ਦਾ ਇਲਾਕਾ ਸਾਰਾ, ਇਹ ਸਾਰੇ ਜਿਹੜੇ ਰਾਜੇ ਸੀ ਇਹਨਾਂ ਨੂੰ ਉਹ ਨਾਨਕੇ ਹੀ ਸਮਝਦਾ ਸੀ ਮਹਾਰਾਜਾ ਰਣਜੀਤ ਸਿੰਘ। ਅਤੇ ਉਹ ਇੱਧਰ ਨੂੰ ਜਦੋਂ ਆਉਣ ਬਾਰੇ ਉਹਨੇ ਸੋਚਿਆ, ਵਿਚਾਰ ਕੀਤੀ ਸਤਲੁਜ ਦਰਿਆ ਪਾਰ ਕਰਨ ਵਾਸਤੇ, ਪਰ ਇੱਧਰੋਂ ਫਿਰ ਸਾਰੇ ਦਾ ਸਾਰਾ ਕੁਝ ਅੰਗਰੇਜ਼ਾਂ ਨੂੰ ਦੇ ਚੁੱਕੇ ਸਨ। ਇਹਨਾਂ ਨੂੰ ਫਿਕਰ ਸੀ ਇਹਨਾਂ ਰਾਜਿਆਂ ਨੂੰ ਵੀ ਸਾਨੂੰ ਹੜੱਪ ਕਰੇਗਾ ਮਹਾਰਾਜਾ ਰਣਜੀਤ ਸਿੰਘ। ਇਹ ਸਾਰੇ ਆਪਣੇ ਆਪ ਹੀ ਇਲਾਕਾ ਜਿਹੜਾ ਸੀ ਅੰਗਰੇਜ਼ਾਂ ਨੂੰ ਦੇ ਚੁੱਕੇ ਸਨ। ਸੋ ਜਦੋਂ ਆਣ ਕੇ ਫੌਜ ਅੰਗਰੇਜ਼ਾਂ ਦੀ ਇੱਥੇ ਉਤਰ ਗਈ ਅਤੇ ਮਹਾਰਾਜਾ ਰਣਜੀਤ ਸਿੰਘ ਚੱਲ ਕੇ ਆਇਆ ਅਤੇ ਉਹਨਾਂ ਅੱਗੋਂ ਰਾਜਿਆਂ ਹੀ ਕਹਿ ਦਿੱਤਾ ਵੀ ਤੇਰਾ ਸਾਡਾ ਹੁਣ ਸੰਬੰਧ ਨਹੀਂ ਬਣਨਾ ਮਹਾਰਾਜਾ, ਹੁਣ ਤੂੰ ਆਪਣੇ ਵਾਪਸ ਘਰ ਨੂੰ ਚਲਾ ਜਾ, ਇੱਥੇ ਹੁਣ ਤੇਰਾ ਕੰਮ ਰੁਕ ਨਹੀਂ ਆਵੇਗਾ, ਅਸੀਂ ਅੰਗਰੇਜ਼ਾਂ ਦੇ ਨਾਲ ਸੰਧੀ ਕਰ ਲਈ। ਸੋ
ਇਹ ਏਰੀਆ ਉਹਨਾਂ ਅੰਗਰੇਜ਼ਾਂ ਨੂੰ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਭਾਈ ਸਾਹਿਬ ਕਹਿੰਦੇ ਛੱਡਣਾ ਪਿਆ। ਸੋਰਠਾ ਲੀਨੀ ਈਨ ਠਹਿਰਾਏ ਸਤੱਦਰ ਵਪਾਰ ਨਾ ਹਮ ਲਖੇ। ਇੱਥੇ ਫਿਰ ਸਤਲੁਜ ਦਰਿਆ ਦੇ ਕੰਢੇ 'ਤੇ ਨਾ ਸੰਧੀ ਹੋ ਗਈ ਅੰਗਰੇਜ਼ਾਂ ਦੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਕਿ ਅਸੀਂ ਸਤਲੁਜ ਦਰਿਆ ਤੋਂ ਪਾਰ ਇੱਧਰ ਲਾਹੌਰ ਵਾਲੇ ਪਾਸੇ ਨੂੰ ਅੰਗਰੇਜ਼ ਕਹਿੰਦੇ ਨਹੀਂ ਆਵਾਂਗੇ। ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗੇ ਵੀ ਤੁਸੀਂ ਇੱਧਰੋਂ ਲਾਹੌਰ ਵਾਲੇ ਪਾਸੇ ਤੋਂ ਸਤਲੁਜ ਲੰਘ ਕੇ ਅਤੇ ਅੱਗੇ ਦਿੱਲੀ ਦੀ ਤਰਫ ਨਹੀਂ ਆਵੋਗੇ। ਮੁਲਖਈਅਨ ਦਲਾਸੇ ਲਾਏ ਮੁਲਕ ਮਫੂਜਾ ਲਿਖ ਦਿਓ। ਇਹ ਸਾਰਿਆਂ ਨੇ ਇਹਦੇ 'ਤੇ ਸੰਧੀ ਕਰਕੇ ਦੋਵਾਂ ਧਿਰਾਂ ਦੇ ਵਿੱਚੋਂ ਇਹਨਾਂ ਇੱਕ ਦੂਜੇ ਨਾਲ ਲਿਖਤ ਪੜ੍ਹਤ ਕਰ ਦਿੱਤੀ ਵੀ ਆਪਾਂ ਆਪੋ ਆਪਣੇ ਰਾਜ ਕਾਇਮ ਕਰਨੇ ਹੈ। ਸ਼ਰਤ ਲਿਖ ਦਿੱਤੀ ਵੀ ਇਹਨਾਂ ਸ਼ਰਤਾਂ 'ਤੇ ਆਪਾਂ ਕਾਇਮ ਹੋ ਕੇ ਰਹਿਣਾ ਹੈ। ਆਪਾਂ ਇੱਧਰ ਉੱਧਰ ਜਿਹੜੀਆਂ ਉਹ ਹੱਦਾਂ ਸਰਹੱਦਾਂ ਇੱਕ ਦੂਜਿਆਂ ਦੇ ਦਖਲ ਨਹੀਂ ਦੇਣੀ। ਪਰ ਇੱਥੇ ਇਤਿਹਾਸ ਜ਼ਿਕਰ ਕਰਦਾ ਹੈ ਵੀ ਮਹਾਂਪੁਰਸ਼ ਬ੍ਰਹਮ ਗਿਆਨੀ ਮਹਾਨ ਸੂਰਬੀਰ ਸਿੱਖ ਕੌਮ ਦੇ ਜੁਝਾਰੂ ਜਰਨੈਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ, ਉਹਨਾਂ ਦੇ ਵਾਸਤੇ ਕੋਈ ਰੋਕ ਟੋਕ ਨਹੀਂ ਸੀ। ਸਤਲੁਜ ਤੋਂ ਜਿਹੜੇ ਦਿੱਲੀ ਵਾਲੇ ਪਾਸੇ ਸਨ ਪਾਰਲੇ ਕੰਢੇ 'ਚ, ਉਹ ਵੀ ਸਿੱਖ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਪੂਜਦੇ ਸੀ। ਇੱਧਰ ਜਿਹੜੇ ਲਾਹੌਰ ਵਾਲੇ ਸੀ ਜਾਂ ਇੱਧਰ ਆਪਾਂ ਪੰਜਾਬ ਦੀ ਧਰਤੀ ਦੀ ਗੱਲ ਕਰ ਲਈਏ, ਭਾਵ ਕਿ ਦਰਿਆ ਸਤਲੁਜ ਦੇ ਇੱਧਰਲੇ ਅਤੇ ਉੱਧਰਲੇ ਦੋਨਾਂ ਹੀ ਕੰਢਿਆਂ ਤੋਂ ਜਿੰਨੇ ਵੀ ਇੱਧਰ ਉੱਧਰ ਸਿੱਖ ਵਸੇ ਸਨ ਉਹ ਸਾਰੇ ਹੀ ਉਹਨਾਂ ਨੂੰ ਨਮਸਕਾਰਾਂ ਕਰਦੇ ਸੀ। ਅਕਾਲੀ ਫੂਲਾ ਸਿੰਘ ਜੀ 1300 ਦੇ ਕਰੀਬ ਆਪਣੀ ਜੁਝਾਰੂ ਫੌਜ ਲੈ ਕਰਕੇ ਵਿਚਰਿਆ ਕਰਦੇ ਸਨ। ਇਤਿਹਾਸ ਜ਼ਿਕਰ ਕਰਦਾ ਪਿੰਡਾਂ ਪਿੰਡਾਂ ਦੇ ਵਿੱਚ ਜਾਣਾ ਉਹਨਾਂ ਵਾਸਤੇ ਕੋਈ ਹੱਦਬੰਦੀ ਕੋਈ ਸਰਹੱਦ ਨਹੀਂ ਸੀ। ਜਿੱਥੇ ਉਹਨਾਂ ਦੀ ਮੌਜ ਹੋਵੇ ਉੱਥੇ ਉਹ ਜਾ ਸਕਦੇ ਸਨ। ਇਸ ਕਰਕੇ ਉਹਨਾਂ ਨੇ ਫਿਰ ਜਾ ਕਰਕੇ ਗੁਰੂ ਕੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ। ਸੋ ਇਉਂ ਅਕਾਲੀ ਫੂਲਾ ਸਿੰਘ ਜੀ ਇੱਧਰ ਉੱਧਰ ਜਾਇਆ ਕਰਦੇ ਸੀ। ਸੋ ਇੱਕ ਵਾਰ ਇਸ ਤਰ੍ਹਾਂ ਵੀ ਆਇਆ ਕਿ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਜਦੋਂ ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਉਣ ਨੂੰ ਚੱਲੇ, ਸੋ ਅਕਾਲੀ ਜੀ ਦੇ ਮਨ ਦੇ ਵਿੱਚ ਆਇਆ ਵੀ ਇਹ ਜਿਵੇਂ ਸਾਡੇ ਆਣ ਕਰਕੇ ਪੈਰ ਪਸਾਰਦੇ ਜਾ ਰਹੇ ਨੇ ਅੰਗਰੇਜ਼, ਇਹਨਾਂ ਦੇ ਪੈਰ ਪਸਾਰਦਿਆਂ ਸਾਡੇ ਪੰਥ ਨੂੰ ਸਾਡੇ ਸਿੱਖ ਰਾਜ ਨੂੰ ਵੀ ਖਤਰਾ ਹੋ ਸਕਦਾ। ਇਹ ਹੌਲੀ ਹੌਲੀ ਸਾਡੇ ਵਾਸਤੇ ਘਾਤਕ ਸਿੱਧ ਹੋਣਗੇ। ਸੋ ਬੜੀਆਂ ਇਹਨਾਂ ਦੀਆਂ ਛਾਉਣੀਆਂ ਅੰਗਰੇਜ਼ਾਂ ਦੀਆਂ ਲੁੱਟ ਦਿੱਤੀਆਂ। ਸੋ ਲੁੱਟ ਕਰਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਫਿਰ ਸ੍ਰੀ ਅਨੰਦਪੁਰ ਸਾਹਿਬ ਜਾ ਕਰਕੇ ਹੋਲਾ ਮਹੱਲਾ ਮਨਾ ਰਹੇ। ਸੋ ਉੱਥੇ ਵੀ ਇੱਕ ਇਹ ਜ਼ਿਕਰ ਆਉਂਦਾ ਹੈ, ਵਿਦਵਾਨ ਜਨ ਕਈ ਜ਼ਿਕਰ ਕਰਦੇ ਨੇ ਕਿ ਜਦੋਂ ਪਹਿਲੀ ਵਾਰੀ ਕ੍ਰਿਸਚਨ ਧਰਮ ਨੇ ਇੱਥੇ ਪੈਰ ਪਸਾਰੇ ਅਤੇ ਉਹ ਪਾਦਰੀ ਨੂੰ ਜਿੱਥੇ ਜਾ ਕੇ ਕੋਈ ਮੇਲਾ ਹੁੰਦਾ ਸੀ, ਕੋਈ ਦਿਨ ਦਿਹਾੜ ਹੁੰਦਾ ਸੀ ਅਤੇ ਉੱਥੇ ਪੰਜਾਬੀ ਦੇ ਵਿੱਚ ਪ੍ਰਚਾਰ ਕਰਨ ਵਾਲੇ ਪਾਦਰੀ ਈਸਾ ਮਸੀਹ ਦੇ, ਸੋ ਈਸਾਈ ਧਰਮ ਦੇ, ਉਹਨਾਂ ਨੂੰ ਲਾ ਦਿੱਤਾ ਜਾਂਦਾ ਸੀ। ਉਹਨੇ ਨਾਲੇ ਚਾਹ ਪੱਤੀ ਵੰਡੀ ਜਾਣੀ, ਨਾਲੇ ਉੱਥੇ ਪ੍ਰਚਾਰ ਕਰਨਾ। ਇੱਕ ਨਿਹੰਗ ਸਿੰਘ ਤੋਂ ਇਹ ਸਾਰਾ ਕੁਝ ਸਹਾਰਿਆ ਨਾ ਗਿਆ। ਉਹਨੇ ਪਾਦਰੀ ਦਾ ਸਿਰ ਸੀ ਜਿਹੜਾ ਉਹ ਤਲਵਾਰ ਦੀ ਭੇਟਾ ਚੜ੍ਹਾ ਦਿੱਤਾ। ਅੰਗਰੇਜ਼ਾਂ ਦੇ ਵਿੱਚ ਬੜੀ ਤਰਥੱਲੀ ਮੱਚੀ। ਇਹਨਾਂ ਪੰਜਾਂ ਰਾਜਿਆਂ ਨੂੰ ਕਿਹਾ ਵੀ ਅਕਾਲੀ ਫੂਲਾ ਸਿੰਘ ਨੂੰ ਅਸੀਂ ਗ੍ਰਿਫਤਾਰ ਕਰਨਾ। ਪੰਜਾਂ ਹੀ ਰਾਜਿਆਂ ਨੇ ਬਾਹਾਂ ਖੜੀਆਂ ਕਰ ਦਿੱਤੀਆਂ। ਕਹਿਣ ਲੱਗੇ ਇਹਨਾਂ ਨੂੰ ਸਾਰਾ ਸਿੱਖ ਜਗਤ ਸਾਰੀ ਪੂਜਾ ਕਰਦੇ ਇਹਨਾਂ ਦੀ, ਸੋ ਜੇ ਕਿਤੇ ਇਹਨਾਂ ਨਾਲ ਆਪਣਾ ਪੰਗਾ ਪੈ ਗਿਆ ਅਤੇ ਚਾਰ ਚੁਫੇਰਿਓਂ ਸਿੱਖ ਰਾਜ ਦੇ ਜਿੰਨੇ ਵੀ ਜਰਨੈਲ ਨੇ, ਜਿੰਨੀਆਂ ਵੀ ਫੌਜਾਂ, ਮਹਾਰਾਜਾ ਰਣਜੀਤ ਸਿੰਘ ਉਹ ਵੀ ਸਾਡੇ 'ਤੇ ਹੱਲਾ ਕਰੇਗਾ। ਸੋ ਵਿੱਚ ਇਉਂ ਵੀ ਕਹਿੰਦੇ ਵੀ ਬਾਬਾ ਸਾਹਿਬ ਸਿੰਘ ਬੇਦੀ ਨੂੰ ਪਾ ਕੇ ਸੋ ਸਮਝੌਤਾ ਹੋ ਗਿਆ ਇਹ ਸਾਰੇ ਕਾਰਜ ਦਾ। ਜਦੋਂ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਇਹ ਵੀ ਜ਼ਿਕਰ ਆਉਂਦਾ ਹੈ ਵੀ ਸ੍ਰੀ ਅਨੰਦਪੁਰ ਸਾਹਿਬ ਉਦੋਂ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚ ਸੀ। ਉਹ ਧਰਤੀ ਜਿਹੜੀ ਸੀ ਨਾ, ਇਹ ਸਾਰਾ ਅੰਗਰੇਜ਼ਾਂ ਦੇ ਇਲਾਕੇ ਦਾ ਕਾਬਜ਼ ਸੀ, ਇਲਾਕੇ ਦੇ ਵਿੱਚ ਅੰਗਰੇਜ਼ ਲੋਕ। ਫਿਰ ਇਹਨਾਂ ਕਹਿਣਾ ਕੀਤਾ ਵੀ ਨਹੀਂ, ਇਹ ਜਿਹੜਾ ਹੋਲੇ ਮਹੱਲੇ ਦਾ ਪ੍ਰਬੰਧ ਹੈ ਸੋ ਇਹ ਮਹਾਰਾਜਾ ਰਣਜੀਤ ਸਿੰਘ ਹੀ ਕਰੇ।
ਫਿਰ 10 ਕੁ ਦਿਨ ਪਹਿਲਾਂ ਹੀ ਉਹ ਆਪਣੀਆਂ ਛਾਉਣੀਆਂ ਪੁੱਟ ਲਿਆਉਂਦੇ ਸੀ ਅੰਗਰੇਜ਼, ਅਤੇ ਮਹਾਰਾਜਾ ਸਾਹਿਬ ਸਤਲੁਜ ਦੇ ਦਰਿਆ ਤੋਂ ਦੂਸਰੇ ਪਾਸਿਓਂ ਇੱਧਰ ਆਪਣੀਆਂ ਫੌਜਾਂ ਭੇਜਦੇ ਅਤੇ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਪ੍ਰਬੰਧ ਕੀਤਾ ਜਾਂਦਾ। ਸੋ ਇਉਂ ਕਈ ਸ਼ਰਤਾਂ ਸਨ। ਫਿਰ ਅਕਾਲੀ ਜੀ ਨੂੰ ਪਿਆਰ ਦੇ ਨਾਲ ਪੰਥ ਨੇ ਬੇਨਤੀਆਂ ਕਰਕੇ ਫਿਰ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਲੈ ਜਾਂਦਾ। ਸੋ ਇਸ ਤਰ੍ਹਾਂ ਵਾਦ ਨਿੱਕੇ ਮੋਟੇ ਜਿਹੜੇ ਉਹ ਚੱਲਦੇ ਰਹੇ। ਪਰ ਅਕਾਲੀ ਫੂਲਾ ਸਿੰਘ ਸਾਹਿਬ ਜੀ ਜਿੱਥੇ ਮਹਾਂਪੁਰਸ਼ ਉਹ ਪੰਥ ਪ੍ਰਸਤ ਸਨ, ਪੰਥ ਦੇ ਵਫਾਦਾਰ ਜਰਨੈਲ ਸਨ, ਜਥੇਦਾਰ ਸਨ, ਉੱਥੇ ਉਹ ਸਿੱਖ ਰਾਜ ਦੇ ਵੀ ਵਫਾਦਾਰ ਸਨ। ਸਾਡਾ ਆਪਣਾ ਰਾਜ ਭਾਗ, ਇਹਨੂੰ ਕਿਸੇ ਪਾਸਿਓਂ ਕੋਈ ਤੱਤੀ ਵਾਹ ਨਾ ਲੱਗੇ, ਉਹ ਸਦਾ ਚਿੰਤਤ ਰਹਿੰਦੇ ਸਨ ਇਸ ਬਚਨ 'ਤੇ। ਪਰ ਕਈ ਵਾਰ ਸਮਾਂ ਇਹੋ ਜਿਹੀਆਂ ਕਰਵਟਾਂ ਦਿੰਦਾ ਹੈ, ਕਈ ਇਹੋ ਜਿਹੇ ਸਬੱਬ ਬਣ ਜਾਂਦੇ ਨੇ ਕਿ ਜਿਨ੍ਹਾਂ ਸਬੱਬਾਂ ਦੇ ਅੱਗੇ ਕੁਦਰਤ ਦਾ, ਮਾਲਕ ਦਾ ਕੋਈ ਇਹੋ ਜਿਹਾ ਭਾਣਾ, ਕੋਈ ਹੁਕਮ ਚੱਲਦਾ। ਕਈ ਲੋਕਾਂ ਦੇ ਇਹੋ ਜਿਹੇ ਮਤਭੇਦ ਨਿੱਕੇ ਨਿੱਕੇ ਹੁੰਦੇ ਆ, ਉਹ ਫਿਰ ਰਾਜ ਭਾਗ ਨੂੰ ਖਤਰੇ ਵਿੱਚ ਪਾ ਦਿੰਦੇ ਆ। ਸੋ ਰਹੋ ਵਿਚਾਰ, ਇਹ ਸਾਰੀ ਸੰਧੀ ਤੋਂ ਬਾਅਦ ਅਕਾਲੀ ਫੂਲਾ ਸਿੰਘ ਸਾਹਿਬ ਜੀ ਇੱਧਰ ਉੱਧਰ ਸਤਲੁਜ ਦੇ ਆਰ ਪਾਰ ਵਿਚਰਿਆ ਕਰਦੇ ਸਨ, ਅਤੇ ਇਹ ਜਿਹੜੀਆਂ ਦੋਵੇਂ ਹੀ ਤਾਕਤਾਂ ਸਨ, ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼, ਇਹ ਸਰਹੱਦਾਂ ਪਾਰ ਨਹੀਂ ਸੀ ਕਰਦੇ। ਦੋਹਰਾ ਸੌ ਬਾਤ ਉਹਨ ਚਿੱਤ ਰੱਖੀ, ਲੋਨੀ ਅਖਤਰ ਜਰਨੈਲ, ਅਤੇ ਜਿਹੜਾ ਲੋਨੀ ਅਖਤਰ ਸੀ ਨਾ, ਇਹ ਜਰਨੈਲ ਅੰਗਰੇਜ਼ ਦਾ। ਸੋ ਇਹਨੂੰ ਵਲਾਇਤ ਦੇ ਵਿੱਚੋਂ, ਲੰਦਨ ਦੇ ਵਿੱਚੋਂ ਇਹ ਹਦਾਇਤ ਹੋਈ, ਹੁਕਮ ਵੀ ਆਇਆ ਵੀ ਜਿਨ੍ਹਾਂ ਨੇ ਦਿੱਲੀ ਵਿੱਚ ਤੁਹਾਨੂੰ ਘੇਰਿਆ, ਜਿਨ੍ਹਾਂ ਦੇ ਅੱਗੇ ਤੁਹਾਡੀ ਕੋਈ ਵਾਹ ਪੇਸ਼ ਨਹੀਂ ਗਈ, ਤੁਸੀਂ ਦੱਸਦੇ ਹੋ, ਅਤੇ ਉਹਨਾਂ ਦਾ ਇਤਿਹਾਸ ਲਿਖਣਾ ਕਰੋ। ਉਹਦੇ ਮਨ ਦੇ ਵਿੱਚ ਵੀ ਚੇਤਾ ਸੀ, ਮਨ ਦੇ ਵਿੱਚ ਵੀ ਖਿਆਲ ਸੀ ਲੋਨੀ ਅਖਤਰ ਦੇ ਵੀ ਇਹਨਾਂ ਦੇ ਉੱਤੇ ਮੈਂ ਸਰਚ ਜ਼ਰੂਰ ਕਰਾਂਗਾ, ਖੋਜ ਜ਼ਰੂਰ ਕਰਾਂਗਾ। ਸੋ ਬਾਦਸ਼ਾਹੀ ਹੁਕਮ ਹੋਣ ਕਰਕੇ ਲੰਡਨ ਦੇ ਵਿੱਚੋਂ ਉਹਦੀ ਪਾਲਣਾ ਕਰਨੀ ਕਿ ਸਾਰੀ ਮਿੱਥਿਆ ਸਾਨੂੰ ਲਿਖ ਕਰਕੇ ਭੇਜੋ। ਅਤੇ ਲੁਧਿਆਣੇ ਦਾ ਜਦੋਂ ਹਾਕਮ ਬਣ ਕੇ ਇੱਥੇ ਪਹੁੰਚਿਆ ਫੌਜ ਨੂੰ ਲੈ ਕਰਕੇ ਲੋਨੀ ਅਖਤਰ, ਉਹਦੇ ਮਨ ਦੇ ਵਿੱਚ ਇਹ ਜਿਹੜਾ ਫੁਰਨਾ ਸੀ ਵੀ ਇਹ ਕਿਵੇਂ ਸਿੱਖ ਪੈਦਾ ਹੋਏ, ਕਿਵੇਂ ਇਹਨਾਂ ਨੇ ਆਪਣਾ ਰਾਜ ਭਾਗ ਲਿਆ, ਕਿਵੇਂ ਸਾਰਾ ਕੁਝ ਲਿਖਣਾ ਚਾਹੁੰਦਾ। ਲੁਧਿਆਣੇ ਆਏ ਪੁੱਛੀ ਜਬ ਭਇਓ ਸਿੰਘਨ ਸਿਉ ਮੇਲ, ਜਦੋਂ ਇਸ ਤਰ੍ਹਾਂ ਲੁਧਿਆਣੇ ਤੱਕ ਆਇਆ ਅਤੇ ਇੱਧਰਲੇ ਗੁਰਸਿੱਖਾਂ ਦੇ ਨਾਲ ਮੇਲ ਮਿਲਾਪ ਹੋਇਆ ਨਾ, ਸੋ ਕਚਹਿਰੀ ਲੱਗੀ ਕਿ ਜਦੋਂ ਇੱਕ ਦੂਜੇ ਦੇ ਨਾਲ ਨਿਆਂ ਇਨਸਾਫ ਹੋਣ ਵਾਲੀਆਂ, ਸੋ ਕਈ ਜਿਹੜੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਚੱਲੀਆਂ। ਸੋ ਇੱਧਰ ਉੱਧਰ ਦੀਆਂ ਕਚਹਿਰੀਆਂ 'ਚ ਜਾਣਾ, ਨਿਆਂ ਹੋਣੇ, ਕੰਮ ਕਾਜ ਜਾਣਾ, ਜਾਂ ਕੋਈ ਜ਼ਮੀਨਾਂ ਜਾਇਦਾਦਾਂ ਦੀ ਬਾਬਤ ਆਉਣਾ ਜਾਣਾ, ਆਖਰ ਲੋਕਾਂ ਦਾ ਬਣਿਆ ਰਹਿੰਦਾ ਸੀ। ਇਸ ਕਰਕੇ ਭਾਈ ਰਤਨ ਸਿੰਘ ਸਾਹਿਬ ਜੀ ਕਹਿੰਦੇ ਸਾਨੂੰ ਵੀ ਨਾ ਕਚਹਿਰੀ ਜਾਣਾ ਪਿਆ, ਅਤੇ ਜਿਸ ਕਰਕੇ ਕਚਹਿਰੀ ਦੇ ਵਿੱਚ ਆਉਣ ਜਾਣ ਦੇ ਨਾਲ ਉੱਧਰ ਸਾਡਾ ਅੰਗਰੇਜ਼ ਦੇ ਨਾਲ ਮਿਲਾਪ ਹੋਇਆ। ਸੋ ਜਦੋਂ ਅਸੀਂ ਇੱਕ ਦੂਜੇ ਦੇ ਨੇੜੇ ਹੋਏ, ਅੱਗੇ ਗੱਲ ਵੱਧ ਗਈ। ਚੌਪਈ ਤਬ ਜਰਨੈਲ ਸੋਚ ਚੇਤੇ ਆਈ, ਉਦੋਂ ਜਰਨੈਲ ਜਿਹੜਾ ਸੀ ਅਖਤਰ ਲੋਨੀ, ਉਹਦੇ ਮਨ ਵਿੱਚ ਵਿਚਾਰ ਆਈ ਹੈ। ਖੁਤੀ ਚੋ ਬਾਦਸ਼ਾਹ ਪਾਤਸ਼ਾਹੇ ਬਤਾਈ, ਕਹਿਣ ਲੱਗਾ ਜੋ ਗੌਹਰ ਵਾਲੀ ਬਾਦਸ਼ਾਹ ਹੈ, ਜੋ ਉਸਨੇ ਸਾਨੂੰ ਲਿਖਾਇਆ ਹੈ ਇਹਨਾਂ ਸਿੱਖਾਂ ਬਾਰੇ, ਸਿੰਘਾਂ ਬਾਰੇ ਇਤਿਹਾਸ, ਅਤੇ ਇਹਨਾਂ ਦੇ ਕੋਲ ਕੋਈ ਰਾਜ ਭਾਗ ਦਾ ਸਬੂਤ ਨਹੀਂ, ਕੋਈ ਇਹਨਾਂ ਦੀ ਜਗੀਰ ਨਹੀਂ, ਕੋਈ ਇਹਨਾਂ ਨੂੰ ਨਾਮ ਨਹੀਂ ਦਿੱਤਾ, ਇਹ ਆਪੇ ਹੀ ਬਾਗੀ ਹੋਏ ਫਿਰਦੇ ਆ। ਇਹਦੇ ਬਾਰੇ ਉਹ ਵਿਚਾਰ ਕਰਨੇ ਚਾਹੁੰਦਾ ਸੀ। ਜਰਨੈਲ ਅੱਗੇ ਇੱਥੇ ਮਾਲੀ ਕਪਤਾਨ। ਸੋ ਇਹ ਭਾਈ ਰਤਨ ਸਿੰਘ ਜੀ ਕਹਿੰਦੇ ਇੱਥੇ ਇੱਕ ਮਾਲੀ ਕੈਪਟਨ ਸੀ, ਮਾਲੀ ਅੱਗੇ ਲੋਨੀ ਅਖਤਰ ਦੇ, ਪਰ ਉਹਦਾ ਨਾਂ ਕਹਿੰਦੇ ਨੇ ਮਰੇ ਸੀ, ਕੈਪਟਨ ਮਰੇ। ਉਹ ਅੱਗੇ ਲੋਨੀ ਅਖਤਰ ਦੇ ਥੱਲੇ ਉਹਦਾ ਜੂਨੀਅਰ ਜਰਨੈਲ ਸੀ। ਇਹ ਜਾਣਤ ਹੈ ਬਹੁਤ ਜਹਾਨ, ਇਸ ਇਲਾਕੇ ਨੂੰ ਕਿਉਂਕਿ ਕਾਫੀ ਲੰਮਾ ਸਮਾਂ ਉਹ ਇੱਧਰ ਰਿਹਾ, ਸੋ ਇਹ ਸਾਰਾ ਕੁਝ ਜਾਣਦਾ ਸੀ। ਇਹਦੇ ਕੋਲ ਲੁਧਿਆਣਾ, ਅੰਬਾਲਾ, ਕਰਨਾਲ, ਇਹ ਸਾਰੇ ਜ਼ਿਲ੍ਹੇ ਇਹਦੇ ਕੋਲ ਸੀ। ਇਹਨਾਂ ਦਾ ਡਿਪਟੀ ਕਮਿਸ਼ਨਰ ਰਿਹਾ ਸੀ ਇਹ।
ਸੋ ਇਹਨੂੰ ਸਾਰੇ ਲੋਕਾਂ ਦੇ ਬਾਰੇ ਪਤਾ ਸੀ, ਸਾਰਾ ਇਲਾਕਾ ਨੇ ਵਿਚਰ ਕੇ ਵੇਖਿਆ ਸੀ। ਤਿਸ ਕੋ ਕਹਿਓ ਜਰਨੈਲ ਬੁਲਾਏ, ਫਿਰ ਲੋਨੀ ਅਖਤਰ ਨੇ ਆਪਣੇ ਕੈਪਟਨ ਮਰੇ ਨੂੰ ਸੱਦਿਆ। ਉਹਨੂੰ ਸੱਦ ਕੇ ਸਾਰਾ ਕੁਝ ਦੱਸਣਾ ਕੀਤਾ ਵੀ ਆਪਾਂ ਨੂੰ ਹੁਕਮ ਵੀ ਹੈ ਆਪਣੀ ਸਰਕਾਰ ਦਾ ਲੰਡਨ ਤੋਂ, ਆਪਾਂ ਇਹ ਇਤਿਹਾਸ ਵੀ ਇਹਨਾਂ ਦੀ ਹਿਸਟਰੀ ਲਿਖ ਕਰਕੇ ਵਾਪਸ ਭੇਜਣੀ ਆਪਣੇ ਹੈੱਡਕੁਆਟਰ 'ਤੇ। ਬਹਾਏ ਪਾਸ ਉਸ ਖੂਬ ਸਮਝਾਏ, ਉਹਨੂੰ ਕੋਲ ਬਹਾ ਕੇ ਬੜੀ ਚੰਗੀ ਤਰ੍ਹਾਂ ਸਾਰੀ ਵਿਥਿਆ ਉਹਨੂੰ ਸਮਝਾਉਣਾ ਕੀਤੀ ਵੀ ਆਪਾਂ ਬੜੀ ਖੋਜ ਵਿਚਾਰ ਕਰਨੀ ਹੈ ਇਹਨਾਂ ਦੇ। ਕੋਈ ਐਵੇਂ ਨਹੀਂ ਵੀ ਜਿਵੇਂ ਕਿਸੇ ਨੇ ਦੱਸਿਆ ਉਵੇਂ ਚੁੱਕ ਕਰਕੇ ਲਿਖ ਦਿੱਤਾ, ਇਉਂ ਨਹੀਂ ਲਿਖਣਾ। ਸਿੰਘਨ ਕੀ ਉਤਪਤੀ ਲਿਖਾਇਓ, ਇਹ ਸਿੰਘ ਜਿਹੜਾ ਪੰਥ ਹੈ ਇਹ ਪੈਦਾ ਕਿਵੇਂ ਹੋਇਆ, ਕਿੱਥੋਂ ਚੱਲ ਕੇ ਆਏ, ਕਿੱਧਰ ਨੂੰ ਇਹ ਅੱਗੇ ਜਾ ਰਹੇ ਹੈ, ਕੀ ਇਹਨਾਂ ਦੇ ਕਰਤਾ ਬਣੇ, ਉਹ ਸਾਰਾ ਕੁਝ ਆਪਾਂ ਲਿਖਣਾ। ਇਹਨਾਂ ਨੂੰ ਪੈਦਾ ਕਿਹਨੇ ਕੀਤਾ ਹੈ, ਕਿਵੇਂ ਬਹਾਦਰ ਕਲਾਵਾਨ ਬਣੇ, ਕਿਵੇਂ ਰਾਜ ਪਾ ਕਾਇਮ ਕੀਤਾ। ਜਿਮ ਕਰ ਖਾਲਸੇ ਰਾਜ ਆਦ ਪਦ ਪਾਇਓ, ਜਿਸ ਤਰ੍ਹਾਂ ਪਹਿਲਾਂ ਇਹਨਾਂ ਰਾਜ ਪ੍ਰਾਪਤ ਕਰ ਲਿਆ, ਕਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੜਾ ਗਹਿਮਾ ਗਹਿਮ ਸੀ ਜਦੋਂ ਅੰਗਰੇਜ਼ ਚੱਲ ਕੇ ਆਏ, ਵੀ ਇਹ ਰਾਜ ਭਾਗ ਇਹਨਾਂ ਕਿਵੇਂ ਕਰ ਲਿਆ, ਬੜੀ ਚੜ੍ਹਦੀ ਕਲਾ ਨਾਲ ਰਾਜ ਭਾਗ ਕਰ ਰਹੇ ਨੇ, ਬਹੁਤ ਜ਼ਿਆਦਾ ਸਖਤ ਜੀਵਨ ਵਾਲੇ ਨੇ, ਇਹਨਾਂ ਬਾਰੇ ਆਪਾਂ ਖੋਜ ਕਰਨੀ ਹੈ। ਜਿਮ ਕਹੀ ਦਿੱਲੀ ਪਤ ਤਿਮ ਹੈ ਸਾਤ, ਉਹ ਜਿਹੜਾ ਕੈਪਟਨ ਮਰੇ ਸੀ ਨਾ, ਉਹ ਕਹਿਣ ਲੱਗਾ ਜੀ ਜਿੱਦਾਂ ਦਿੱਲੀ ਦੇ ਬਾਦਸ਼ਾਹ ਨੇ ਆਪਾਂ ਨੂੰ ਲਿਖਾਈ ਹੈ ਗੱਲ, ਉਹ ਠੀਕ ਹੀ ਸਮਝ ਲੈਣਾ ਕਰੋ। ਸੋ ਇਹ ਲੋਨੀ ਅਖਤਰ ਕਹਿੰਦਾ ਵੀ ਨਹੀਂ, ਪਤਾ ਨਹੀਂ ਉਹਨੇ ਸੱਚ ਲਿਖਾਇਆ ਜਾਂ ਝੂਠ, ਆਪਾਂ ਇਹਦਾ ਨਿਰਣਾ ਕਰਨਾ। ਕਿਉਂਕਿ ਹੁਣ ਇਹ ਇਲਾਕੇ ਦੇ ਵਿੱਚ ਆਪਾਂ ਇੱਥੇ ਸਿੰਘਾਂ ਦੇ ਘਰ ਦੇ ਵਿੱਚ ਹੀ ਆਏ, ਕਿਉਂਕਿ ਜਿੱਥੇ ਫਲੌਰ ਕਿਲ੍ਹਾ ਹੈ ਨਾ, ਜਿੱਥੇ ਪੁਲਿਸ ਟ੍ਰੇਨਿੰਗ ਸੈਂਟਰ ਬਣਿਆ ਹੋਇਆ ਹੁਣ, ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਛਾਉਣੀ ਹੁੰਦੀ ਸੀ, ਅਤੇ ਦਰਿਆ ਦੇ ਦੂਸਰੇ ਪਾਸੇ ਵਿੱਚ ਦੀ ਦਰਿਆ ਦਾ ਹੀ ਸੰਨ ਸੀ, ਦੂਸਰੇ ਪਾਸੇ ਅੰਗਰੇਜ਼ ਫੌਜਾਂ ਦੀ ਛਾਉਣੀ ਸੀ। ਸੋ ਇਸ ਕਰਕੇ ਥੋੜ੍ਹੀ ਥੋੜ੍ਹੀ ਵਿੱਥ ਸੀ। ਅਤੇ ਜਿਹੜਾ ਲੋਨੀ ਅਖਤਰ ਜਰਨੈਲ ਸੀ ਜਾਂ ਅੰਗਰੇਜ਼ ਦਾ, ਉਹ ਕਹਿੰਦਾ ਹੁਣ ਆਪਾਂ ਲਾਗੇ ਤਾਂ ਹੀ ਆ, ਇਹਦਾ ਨਿਰਣਾ ਕਰ ਲੈਣਾ ਚਾਹੀਦਾ। ਕਹਿ ਕੁਛ ਲਗਾਇਓ ਮੁਗਲਨ ਘਾਤ, ਆਪਾਂ ਐਵੇਂ ਹੀ ਨਾ ਕਿਤੇ ਇਹਨਾਂ ਦੇ ਨਾਲ ਲੜਦੇ ਰਹੀਏ, ਕੋਈ ਮਤਭੇਦ ਰੱਖੀਏ। ਹੋ ਸਕਦਾ ਵੀ ਜਿਹੜਾ ਮੁਗਲਾਂ ਦਾ ਬਾਦਸ਼ਾਹ ਹੈ ਗੌਹਰ ਅਲੀਏ ਨੇ ਸਾਨੂੰ ਗਲਤ ਲਿਖਾਇਆ ਹੋਵੇ। ਹਿੰਦੂ ਤੁਰਕਨ ਮੇਲ ਕਸ਼ ਨਾਏ, ਕਹਿਣ ਲੱਗਾ ਮੇਰਾ ਹੁਣ ਤੱਕ ਜੋ ਵਿਚਾਰ ਹੈ ਨਾ, ਮੈਂ ਇਹ ਨਿਰਣਾ ਕੀਤਾ ਵੀ ਹਿੰਦੂਆਂ ਦਾ ਅਤੇ ਤੁਰਕਾਂ ਦਾ ਆਪਸ ਵਿੱਚ ਕੋਈ ਮੇਲ ਹੀ ਨਹੀਂ। ਇਹ ਤਾਂ ਸਮਝ ਲਓ ਵੀ ਬਰੂਦ ਅਤੇ ਅੱਗ ਹੀ ਹੈ, ਜਦੋਂ ਇਕੱਠੇ ਹੋ ਗਏ ਉਦੋਂ ਹੀ ਫਟ ਜਾਣਗੇ। ਸੋ ਇਹਨਾਂ ਦਾ ਆਪਸ ਵਿੱਚ ਮੇਲ ਮਿਲਾਪ ਨਹੀਂ ਹੋ ਸਕਦਾ, ਬੜਾ ਵੱਡਾ ਵੈਰ ਹੈ ਇਹਨਾਂ ਦਾ। ਇਸ ਕਰਕੇ ਉਹ ਕਦੀ ਵੀ ਸਾਨੂੰ ਸੱਚ ਨਹੀਂ ਲਿਖਾਵੇਗਾ। ਦਿੱਲੀ ਦਾ ਬਾਦਸ਼ਾਹ ਮੁਸਲਮਾਨ ਕਦ ਸੱਚ ਕਹਾਏ, ਅਤੇ ਮੁਸਲਮਾਨ ਕਦੀ ਵੀ ਇਹਨਾਂ ਨੂੰ ਸੱਚੇ ਨਹੀਂ ਕਹਿੰਦਾ। ਉਹ ਕਹਿੰਦਾ ਵੀ ਇਹ ਕਾਫਰ ਨੇ, ਇਹ ਬੇਈਮਾਨ ਨੇ, ਬੜਾ ਕੁਝ ਇਹਨਾਂ ਨੂੰ ਕਹਿੰਦਾ ਹੈ। ਕਿਮ ਕਰ ਜੱਟਨ ਸ਼ਾਹੇ ਸੂਬੇ ਮਾਰੇ, ਕਹਿਣ ਲੱਗਾ ਇਹ ਕਿਵੇਂ ਸਾਰੇ ਆਮ ਦੇਸੀ ਜਿਹੇ ਬੰਦੇ ਆ, ਕੋਈ ਟ੍ਰੇਨਿੰਗ ਨਹੀਂ ਇਹਨਾਂ ਕੋਲੇ, ਕੋਈ ਬਾਦਸ਼ਾਹੀ ਸ਼ਸਤਰ ਨਹੀਂ ਇਹਨਾਂ ਦੇ ਕੋਲੇ। ਵੇਖ ਕਿਵੇਂ ਇਹਨਾਂ ਸਾਰੇ ਜੱਟ ਬੂਟ ਜੇ ਬੰਦੇ ਨੇ, ਸਿੱਧੇ ਸਾਧੇ ਨੇ, ਖੇਤੀਬਾੜੀ ਕਰਨ ਵਾਲੇ। ਇਹ ਕਹਿੰਦੇ 22 ਸੂਬੇ ਇਹਨਾਂ ਨੇ ਮਾਰ ਲਏ ਹਾਕਮ ਦੇ, ਕਿਵੇਂ 22 ਸੂਬਿਆਂ 'ਚ ਆਪਣਾ ਰਾਜ ਭਾਗ ਕਾਇਮ ਕੀਤਾ, ਇਹਦੇ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਸਾਹੇ ਰਯਤ ਤੇ ਕਿਮ ਕਰ ਹਾਰੇ, ਇਹ ਕਿਵੇਂ ਹੋ ਗਿਆ ਵੀ ਬਾਦਸ਼ਾਹ ਹੁੰਦਿਆਂ ਹੋਇਆਂ ਪਰਜਾ ਦੇ ਕੋਲੋਂ ਹਾਰ ਗਿਆ ਉਹ ਬਾਦਸ਼ਾਹ। 22 ਸੂਬੇ ਮੁਗਲਨ ਪਾਏ, ਅਤੇ ਮੁਗਲਾਂ ਦੇ 22 ਸੂਬੇ ਸੀ ਉਸ ਵਕਤ ਸਾਰੇ ਹਿੰਦੁਸਤਾਨ ਦੇ ਵਿੱਚ। ਕਈ ਜੰਜੀਰੇ ਸਮੁੰਦਰ ਮਾਹੇ, ਅਤੇ ਕਈ ਇਹਨਾਂ ਦੇ ਟਾਪੂ ਵੀ ਸਨ ਜੰਜੀਰੇ ਸਮੁੰਦਰਾਂ ਦੇ ਵਿੱਚ। ਟਾਪੂ ਸੀ ਜਿਵੇਂ ਕਾਲੇ ਪਾਣੀ ਆਦਿਕ, ਇਹਨਾਂ ਦੇ ਉੱਤੇ ਵੀ ਮੁਗਲਾਂ ਦਾ ਕਬਜ਼ਾ ਸੀ, ਤੁਰਕਾਂ ਦਾ। ਸਾਰੀ ਹਿੰਦ ਚੁਗੱਤਨ ਪਾਸ, ਅਤੇ ਸਾਰੇ ਜਿਹੜੇ ਮੁਗਲ ਸੀ ਇਹਨਾਂ ਦੀਆਂ ਵੱਖੋ ਵੱਖਰੀਆਂ ਜਾਤੀਆਂ ਸੀ, ਅਤੇ ਸਾਰੇ ਹਿੰਦੁਸਤਾਨ ਦੇ ਉੱਤੇ ਰਾਜ ਸੀ ਇਹਨਾਂ ਦਾ, ਐਡਾ ਵੱਡਾ ਤਗੜਾ ਰਾਜ ਭਾਗ ਸੀ। ਕੌਣ ਗਜਬ ਕਰ ਇਹ ਪਹਿ ਨਾਸ, ਕੀ ਇਹਨਾਂ ਦੇ ਉੱਤੇ ਐਡਾ ਕਹਿਰ ਹੋ ਗਿਆ, ਕੀ ਇਹਨਾਂ ਪਾਪ ਕਰ ਲਿਆ ਐਸਾ ਜਿਹਦੇ ਕਰਕੇ ਸਾਰਾ ਕੁਝ ਇਹਨਾਂ ਦਾ ਨਾਸ ਹੀ ਹੋ ਗਿਆ, ਤਹਿਸ ਨਹਿਸ ਹੀ ਹੋ ਗਿਆ ਹੈ। ਸੋ ਇੱਥੇ ਜ਼ਿਕਰ ਇਹ ਵੀ ਕਰਨਾ ਬਣਾਉਂਦਾ ਵੀ ਕਲਗੀਧਰ ਪਾਤਸ਼ਾਹ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣਨ ਤੋਂ ਬਾਅਦ ਕਾਈ ਦਾ ਬੂਟਾ ਪੱਟ ਕੇ ਕਿਹਾ ਸੀ ਵੀ ਹੁਣ ਮੁਗਲ ਰਾਜ ਦੀ ਜੜ੍ਹ ਪੱਟੀ ਗਈ। ਉਹ ਕਲਗੀਧਰ ਪਾਤਸ਼ਾਹ ਜੀ ਦੇ ਬਚਨਾਂ ਨੇ ਐਡਾ ਕਲਾ ਵਰਤਾਈ ਵੀ ਇਹਨਾਂ ਦੀਆਂ ਸਾਰੇ ਮੁਗਲਾਂ ਦੀਆਂ ਜੜ੍ਹਾਂ ਹੀ ਪੱਟੀਆਂ ਗਈਆਂ। ਰਈਅਤ ਛੱਲੀ ਹਾਕਮ ਸ਼ੇਰ,
ਇਹ ਜਿਹੜਾ ਲੋਨੀ ਅਖਤਰ ਜਰਨੈਲ ਹੈ ਬੜਾ ਸੂਝਵਾਨ ਸੀ। ਕਹਿਣ ਲੱਗਾ ਵੀ ਵੇਖੋ ਜਿਹੜੀ ਪਰਜਾ ਹੈ ਨਾ ਉਹ ਛੇਲੀ ਦਾ ਭਾਵ ਉਹ ਬੱਕਰੀ ਹੁੰਦੀ ਹੈ ਅਤੇ ਹਾਕਮ ਸ਼ੇਰ, ਹਾਕਮ ਤਾਂ ਸ਼ੇਰ ਵਰਗਾ ਹੁੰਦਾ ਅਤੇ ਜਿਹੜੀ ਬੱਕਰੀ ਹੈ ਉਹਦਾ ਸ਼ੇਰ ਅੱਗੇ ਕਾਹਦਾ ਜ਼ੋਰ ਹੈ। ਜਿਹੜੀ ਪਰਜਾ ਉਹ ਤਾਂ ਬੱਕਰੀ ਹੁੰਦੀ, ਹਾਕਮ ਸ਼ੇਰ ਹੁੰਦਾ ਹੈ। ਹਾਕਮ ਬਾਜ ਔਰ ਰਈਅਤ ਬਟੇਰ, ਅਤੇ ਹਾਕਮ ਨੂੰ ਬਾਜ ਵੀ ਕਹਿੰਦੇ ਆ ਅਤੇ ਪਰਜਾ ਨੂੰ ਬਟੇਰਾ ਕਹਿੰਦੇ ਆ। ਜਿਵੇਂ ਬੱਕਰੀ ਅਤੇ ਸ਼ੇਰ ਦਾ ਕੋਈ ਮੇਲ ਨਹੀਂ, ਜਿਵੇਂ ਬਾਜ ਅਤੇ ਬਟੇਰੇ ਦਾ ਕੋਈ ਆਪਸੀ ਮੇਲ ਨਹੀਂ ਹੈ। ਛੇਲੀਅਨ ਮਾਰੇ ਸ਼ੇਰ ਕਿਮ, ਕਿਮ ਬਟੇਰਨ ਬਾਜ। ਕਹਿੰਦੇ ਵਿਚਾਰ ਆਪਾਂ ਇਹ ਕਰਨੀ ਆ ਵੀ ਬੱਕਰੀਆਂ ਨੇ ਸ਼ੇਰਾਂ ਨੂੰ ਕਿਵੇਂ ਢਾਹ ਲਿਆ, ਬਟੇਰਿਆਂ ਨੇ ਬਾਜ ਨੂੰ ਕਿਵੇਂ ਮਾਰ ਲਿਆ। ਇਹ ਤਾਂ ਉਲਟੀ ਗੱਲ ਹੀ ਹੈ ਨਾ ਅੱਜ ਤੱਕ। ਇਹਦੇ 'ਤੇ ਆਪਾਂ ਵਿਚਾਰ ਕਰਨੀ, ਇਹਦਾ ਨਿਰਣਾ ਆਪਾਂ ਕਰਨਾ ਹੈ। ਹਾਕਮ ਮਾਰੇ ਰਈਅਤ ਯਹ ਕਰਾਮਾਤ ਹੈ ਕਾਜ। ਜੇ ਹਾਕਮ ਨੂੰ ਰਈਅਤ ਪਰਜਾ ਮਾਰ ਦਵੇ ਇਹ ਤਾਂ ਕਰਾਮਾਤੀ ਕੰਮ ਹੈ। ਇਹਦੇ ਬਾਰੇ ਆਪਾਂ ਕੈਪਟਨ ਮਰੇ ਕੋਈ ਵਿਚਾਰ ਕਰਨੀ ਹੈ ਵੀ ਇਹ ਕਿਵੇਂ ਹੋਇਆ, ਸਾਰੀ ਇਹਨਾਂ ਕੋਲ ਕਿੱਥੋਂ ਕਰਾਮਾਤ ਆਈ ਹੈ, ਅਸੀਂ ਕਿੱਥੋਂ ਇਸ ਕੌਮ ਦੇ ਕੋਲ ਏਡੀ ਵੱਡੀ ਸ਼ਕਤੀ ਆਈ ਹੈ ਇਨਮੇ ਕਛ ਸ਼ਕਤ ਬਲ ਕਹਿ ਕਿਸ ਡਾਢੇ ਪੰਥ। ਇਹਨਾਂ ਦੇ ਵਿੱਚ ਕਿਹੜੀ ਐਸੀ ਸ਼ਕਤੀ ਹੈ, ਕਿਹੜਾ ਇਹਨਾਂ ਦਾ ਐਸਾ ਡਾਢਾ ਪੁਰਖ ਹੈ ਜਿਹਨੇ ਇਹ ਪੰਥ ਚਲਾਇਆ ਹੋਇਆ। ਕਿਹੜੀ ਕੋਈ ਐਸੀ ਅਜੀਬ ਸ਼ਕਤੀ ਕਰਾਮਾਤ ਜਿਹੜੀ ਇਹਨਾਂ 'ਚ ਪ੍ਰਗਟ ਕਰ ਦਿੱਤੀ ਹੈ। ਲਿਖੋ ਹਕੀਕਤ ਇਨ ਸਭੋ ਤੈ ਯਹ ਪਾਈਏ ਅੰਤ। ਇਹਨਾਂ ਦੀ ਸਾਰੀ ਹਕੀਕਤ ਮੁੱਢ ਤੋਂ ਲੈ ਕਰਕੇ ਸਾਰਾ ਇਤਿਹਾਸ ਸਾਰਾ ਕੁਝ ਆਪਾਂ ਲਿਖਣਾ ਹੈ। ਇਉਂ ਕੈਪਟਨ ਮਰੇ ਨੂੰ ਇਹ ਕਹਿੰਦਾ ਹੈ ਲੋਨੀ ਅਖਤਰ ਜਰਨੈਲ। ਜਰਨੈਲ ਕੋ ਮਾਲੀ ਕਹੀ ਜਿਮ ਕਹੀ ਦਿੱਲੀ ਕੇ ਸ਼ਾਏ। ਹੁਣ ਕਈ ਵਾਰੀ ਜਿਹੜਾ ਥੱਲੇ ਕੰਮ ਕਰਨ ਵਾਲਾ ਹੁੰਦਾ ਨਾ ਨੌਕਰ, ਉਹ ਕੰਮ ਕਰਨ ਤੋਂ ਕਈ ਵਾਰੀ ਆਲਾ ਟਾਲਾ ਵੀ ਵੱਟਦਾ। ਉਹ ਕਹਿਣ ਲੱਗਾ ਸ਼ਾਹ ਬਹਾਦਰ ਜਿਵੇਂ ਤੁਹਾਨੂੰ ਬਾਦਸ਼ਾਹ ਨੇ ਲਿਖਾਇਆ ਉਹ ਜ਼ਿੰਮੇਵਾਰ ਸੀ ਦੇਸ਼ ਦਾ ਬਾਦਸ਼ਾਹ, ਉਹ ਉੱਦਾਂ ਲਿਖ ਕਰਕੇ ਭੇਜ ਦਿਓ ਵੀ ਬਾਦਸ਼ਾਹ ਨੇ ਸਾਨੂੰ ਇਉਂ ਲਿਖਾਇਆ, ਉਹਨੇ ਜੋ ਲਿਖਾਇਆ ਸੱਚ ਹੀ ਲਿਖਾਇਆ ਹੋਵੇਗਾ। ਤੈਸੇ ਲਿਖ ਪਠਾਈਏ ਪਹਿਲੰਦਨ ਪਾਤਸ਼ਾਹ। ਕਹਿਣ ਲੱਗਾ ਜਿਵੇਂ ਉਹਨੇ ਲਿਖਾਇਆ ਉਸੇ ਤਰ੍ਹਾਂ ਲਿਖਿਆ ਲਿਖਾਇਆ ਅੱਗੇ ਭੇਜ ਦੇਣਾ ਕਰੀਏ ਲੰਦਨ ਆਪਣੇ ਹੈੱਡਕੁਆਟਰ 'ਤੇ ਆਪਣੀ ਸਰਕਾਰ ਦੇ ਪਾਸ। ਚੌਪਈ ਜਰਨੈਲ ਅੰਗਰੇਜ਼ ਤੋਂ ਵੱਡੋ ਗਿਆਨੀ। ਇਹ ਜਿਹੜਾ ਲੋਨੀ ਅਖਤਰ ਜਰਨੈਲ ਸੀ ਨਾ ਇਹ ਬੜਾ ਗਿਆਨੀ ਅਤੇ ਗਿਆਨਵਾਨ ਅਤੇ ਬੜਾ ਚਤਰ ਇਨਸਾਨ ਸੀ। ਕਹਾ ਮਰੀ ਸੋਊ ਉਸੇ ਨਾ ਮਾਨੀ। ਜੋ ਵੀ ਉਹਨੂੰ ਮਰੀ ਕਪਤਾਨ ਨੇ ਕਿਹਾ ਨਾ ਉਹਨੇ ਇੱਕ ਗੱਲ ਵੀ ਆਪਣੇ ਕਪਤਾਨ ਦੀ ਨਹੀਂ ਮੰਨੀ। ਕਹਿਣ ਲੱਗਾ ਨਹੀਂ ਐਵੇਂ ਨਹੀਂ ਬਣਦਾ। ਕਹਿਓ ਕੂੜ ਜੋ ਹੋਏ ਪਾਤਸ਼ਾਹ। ਕਹਿਣ ਲੱਗਾ ਜੇ ਕਿਤੇ ਬਾਦਸ਼ਾਹ ਨੇ ਝੂਠ ਬੋਲਿਆ ਹੋਇਆ ਅੱਗੋਂ ਗੱਲ ਹੋਰ ਨਿਕਲ ਆਈ ਫਿਰ ਉੱਥੇ ਮੈਂ ਸਰਕਾਰ ਦੇ ਅੱਗੇ ਕੀ ਮੂੰਹ ਵਿਖਾਵਾਂਗਾ ਜੇ ਮੈਂ ਝੂਠੀ ਗਲਤ ਰਿਪੋਰਟ ਲਿਖ ਕਰਕੇ ਭੇਜ ਦਿੱਤੀ। ਦੇ ਬਾਤ ਮੋਏ ਕੂੜ ਕਰਾਏ ਅਤੇ ਮੈਨੂੰ ਫਿਰ ਝੂਠ ਦਾ ਸਾਹਮਣਾ ਕਰਨਾ ਪਵੇਗਾ। ਜੇ ਸਰਕਾਰ ਪੁੱਛੇਗੀ ਵੀ ਤੇਰੀ ਲਿਖੀ ਗੱਲ ਝੂਠ ਫਿਰ ਮੇਰੀ ਨੌਕਰੀ ਦਾ ਸਵਾਲ ਹੈ, ਮੇਰੀ ਇੱਜ਼ਤ ਦਾ ਸਵਾਲ ਹੈ। ਮੈਂ ਕਦੇ ਵਾਸਤੇ ਵੀ ਕਿਸੇ ਦੀ ਕਹੀ ਹੋਈ ਗੱਲ 'ਤੇ ਵਿਚਾਰ ਨਹੀਂ ਕਰਦਾ। ਤਾਂ ਹੀ ਤਾਂ ਕਹਿੰਦੇ ਨੇ ਵੀ ਸਰਕਾਰੀ ਬੰਦੇ ਹੁੰਦੇ ਨੇ ਉਹ ਤਹਿ ਤੱਕ ਜਾਂਦੇ। ਪਰ ਅੱਜ ਕੱਲ੍ਹ ਭਾਵੇਂ ਇਹ ਸਾਰਾ ਕੁਝ ਨਹੀਂ ਰਹਿ ਗਿਆ ਇਸ ਧਰਤੀ 'ਤੇ। ਦੂਸਰ ਬਾਤ ਤੈਨੂੰ ਲਈ ਵਿਚਾਰ ਕਹਿੰਦੇ ਮੇਰੀ ਵਿਚਾਰ ਹੈ। ਮੈਂ ਦੂਜੀ ਗੱਲ ਤੈਨੂੰ ਦੱਸਦਾ ਵੀ ਇਹਨੂੰ ਬੜੇ ਧਿਆਨ ਦੇ ਨਾਲ ਬੜੀ ਗੌਰ ਦੇ ਨਾਲ ਸੁਣਨਾ ਕਰ ਮੇਰੀਆਂ ਗੱਲਾਂ ਨੂੰ। ਇਹਨਾਂ ਨੂੰ ਆਪਣੇ ਦਿਮਾਗ ਵਿੱਚ ਪਾ ਲੈਣਾ ਕਰ ਵੀ ਆਪਾਂ ਇਹਨਾਂ ਦਾ ਇਤਿਹਾਸ ਹਿਸਟਰੀ ਲਿਖਣੀ ਹੈ। ਹੁਤੋਂ ਬਿਰਧ ਉਹ ਵੱਡ ਖਬਰਦਾਰ। ਜਿਹੜਾ ਲੋਨੀ ਅਖਤਰ ਜਰਨੈਲ ਸੀ ਇਹ ਹੈ ਵੀ ਥੋੜ੍ਹਾ ਜਿਹਾ ਬੁੱਢਾ ਸੀ ਅਤੇ ਬੜਾ ਚਤਰ ਸੀ, ਹੁਸ਼ਿਆਰ ਸੀ। ਕਹਿਣ ਲੱਗਾ ਮੇਰਾ ਤਜਰਬਾ ਹੈ ਇਹਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਆਪਾਂ ਨੂੰ ਮਿਲੇਗਾ। ਬਾਦਸ਼ਾਹ ਨੇ ਜ਼ਰੂਰ ਕੁਝ ਗਲਤ ਲਿਖਾਇਆ ਹੋਵੇਗਾ। ਸਿੰਘ ਉਹ ਪਾਤਸ਼ਾਹ ਹਨ ਮਾਹੇ। ਕਿਉਂਕਿ ਸਿੰਘਾਂ ਦੇ ਵਿੱਚ ਅਤੇ ਜਿਹੜਾ ਇਹ ਦਿੱਲੀ ਦਾ ਬਾਦਸ਼ਾਹ ਹੈ ਨਾ ਇਹਨਾਂ ਦੇ ਵਿੱਚ ਲਖਿਓ ਸ਼ਰੀਕੋ ਜਰਨੈਲ ਵਾਹੇ। ਅਤੇ ਇਹ ਮੈਂ ਜਾਣਿਆ ਹੈ ਵੀ ਇਹਨਾਂ ਦੇ ਵਿੱਚ ਆਪਸੀ ਬੜਾ ਭਾਰੀ ਤਗੜਾ ਸ਼ਰੀਕਾ ਹੈ। ਬੜੀ ਇਹਨਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਵੈਰ ਬਹੁਤ ਤਗੜਾ ਹੈ। ਕਹੀ ਬਾਤ ਜੋ ਸ਼ਾਹੇ ਸੱਚ ਹੋਊਗ। ਅਤੇ ਦੂਜੀ ਗੱਲ ਇਹ ਹੈ ਵੀ ਜੇ ਬਾਦਸ਼ਾਹ ਦਾ ਕਿਹਾ ਹੋਇਆ ਸੱਚ ਵੀ ਹੋਇਆ ਤਾਂ ਵੀ ਕੋਈ ਨਹੀਂ, ਆਪਾਂ ਉੱਦਾਂ ਲਿਖਿਆ ਲਿਖਾਇਆ ਉਹ ਭੇਜ ਦੇਵਾਂਗੇ। ਪਰ ਇਹਦੇ 'ਤੇ ਆਪਣਾ ਕੰਮ ਹੈ ਵੀ ਵਿਚਾਰ ਚਰਚਾ ਕਰਨੀ ਚਾਹੀਦੀ ਹੈ। ਭਰੇ ਸ਼ਾਹਿਦੀ ਸਭ ਉਸ ਲੋਕ। ਅਤੇ ਜੇ ਬਾਦਸ਼ਾਹ ਦਾ ਕਿਹਾ ਹੋਇਆ ਸੱਚ ਹੋਇਆ ਅਤੇ ਸਾਰੇ ਲੋਕ ਉਹਦੀ ਸ਼ਾਹਦੀ ਭਰਨਗੇ ਵੀ ਨਹੀਂ ਇਹ ਬਾਦਸ਼ਾਹ ਨੇ ਤੁਹਾਨੂੰ ਸਹੀ ਲਿਖਾਇਆ। ਜੇ ਗਲਤ ਲਿਖਾਇਆ ਹੋਵੇਗਾ ਲੋਕ ਉਹਨੂੰ ਝੂਠਾ ਕਹਿਣਗੇ। ਸਾਚ ਲਿਓ ਸਾਚ ਝੂਠ ਕਰ ਲਿਖੋ ਨਿਆਰਾ। ਅਤੇ ਆਪਣਾ ਤਾਂ ਕੰਮ ਹੈ, ਸਰਕਾਰ ਹੈ ਨਾ ਆਪਾਂ,
ਆਪਾਂ ਇਹਨਾਂ ਨੂੰ ਨਿਆਂ ਦੇਣਾ। ਇਸ ਕਰਕੇ ਆਪਾਂ ਸੱਚ ਅਤੇ ਝੂਠ ਦਾ ਨਿਰਣਾ ਕਰਨਾ ਹੈ। ਇਹੀ ਫਰਕ ਹੁੰਦਾ ਆਮ ਬੰਦੇ ਦਾ ਅਤੇ ਇਨਸਾਫ ਪਸੰਦ ਬੰਦੇ ਦਾ। ਅੱਗੇ ਲਿਖਤ ਕੋ ਪੁਰਾਤਨ ਲੱਭੀਏ, ਅਤੇ ਅਖਤਰ ਲੋਨੀ ਕਹਿਣ ਲੱਗਾ ਵੀ ਕੋਈ ਨਾ ਇਹਨਾਂ ਦੀ ਪੁਰਾਣੀ ਲਿਖਤ, ਕੋਈ ਇਹਨਾਂ ਦਾ ਕੋਈ ਇਤਿਹਾਸ, ਕੋਈ ਗ੍ਰੰਥ ਉਹ ਪੁਰਾਣਾ ਲੱਭਣਾ ਕਰੀਏ। ਹਿਮ ਕਰ ਹਮਰੋ ਮਨ ਪਤੀ ਆਈਏ, ਅਤੇ ਜਿਨ੍ਹਾਂ ਦੇ ਨਾਲ ਸਾਡੇ ਮਨ ਪਰਤਿਆਇਆ ਜਾਵੇ, ਸਾਨੂੰ ਪਤੀਤ ਜਾਵੇ, ਭਰੋਸਾ ਆ ਜਾਵੇ ਵੀ ਇਹ ਸੱਚ ਹੈ। ਲਿਖਤ ਭੇਜੀਏ ਲੰਦਨ ਸੋ, ਅਤੇ ਲੰਦਨ ਦੇ ਬਾਦਸ਼ਾਹ ਦੇ ਕੋਲ ਉਹ ਲਿਖਤ ਭੇਜੀਏ ਵੀ ਆਹ ਇਹਨਾਂ ਦਾ ਪੁਰਾਣਾ ਇਤਿਹਾਸ ਹੈ। ਜਾਂ ਮੈਂ ਝੂਠ ਨਾ ਇੱਕ ਤਿਲ ਹੋਊ, ਭਾਵੇਂ ਸਰਕਾਰ ਇੱਥੇ ਆ ਕੇ ਨਹੀਂ ਵੇਖ ਰਹੀ, ਪਰ ਮੇਰੇ ਕੋਲ ਜ਼ਿੰਮੇਵਾਰੀ ਹੈ। ਮੈਂ ਸਹੀ ਲਿਖ ਕੇ ਭੇਜਾਂਗਾ ਵੀ ਜਿਹਦੇ ਵਿੱਚ ਰਤੀ ਭਰ ਵੀ ਕੋਈ ਝੂਠ ਨਾ ਹੋਵੇ, ਐਸੀ ਸੱਚਾਈ ਲਿਖ ਕੇ ਭੇਜਣੀ ਹੈ। ਦੋਹਰਾ ਜਿਮ ਸਿੰਘਨ ਰਾਜ ਮੱਲਿਓ, ਸਭ ਭਾਂਤ ਲਿਖਿਓ ਸਾਲ, ਜਿਵੇਂ ਸਿੰਘਾਂ ਨੇ ਰਾਜ ਭਾਗ ਮੱਲਿਆ ਉਹ ਸਾਰੇ ਸਾਲ, ਸਮਤ, ਮਹੀਨੇ ਸਾਰਾ ਕੁਝ ਮੈਂ ਲਿਖਾ ਕਰਕੇ ਭੇਜਣਾ ਚਾਹੁੰਦਾ ਹਾਂ। ਸੁਣ ਝੇੜੋ ਸਭ ਖਾਲਸੇ, ਜਾਣਿਓ ਜੱਗ ਹਵਾਲ, ਕਿਉਂਕਿ ਸਿੰਘਾਂ ਦਾ ਜੋ ਝਗੜਾ ਝਮੇਲਾ, ਜੰਗ ਫਸਾਦ ਬੜੇ ਹੋਏ ਨੇ ਇਹਨਾਂ ਦੇ ਨਾਲ, ਉਹ ਸਾਰੀ ਦੁਨੀਆ, ਸਾਰੇ ਲੋਕ ਇੱਥੋਂ ਦੇ ਜਾਣਦੇ ਹੋਣਗੇ। ਉਹਨਾਂ ਦਾ ਨਿਰਣਾ ਕਰ। ਚੌਪਈ ਮਰੀ ਹੁਕਮ ਲੈ ਉਦਮ ਕੀਓ, ਫਿਰ ਆਪਣੇ ਜਰਨੈਲ ਦਾ ਹੁਕਮ ਲੈ ਕਰਕੇ ਨਾ, ਅਤੇ ਮਰੀ ਕੈਪਟਨ ਸੀ ਜਿਹੜਾ, ਮਰੇ ਕਪਤਾਨ, ਉਹ ਉੱਥੋਂ ਸੋਚ ਉਹਨੇ ਵਿਚਾਰ ਕੀਤੀ ਹੈ ਸੱਚ ਬਿਆਨ ਕਰਨ ਵਾਸਤੇ ਵੀ ਕਿਵੇਂ ਲੱਭੀਏ ਸੱਚ। ਉਹਨੇ ਉਦਮ ਕੀਤਾ। ਬੂਟੇ ਸ਼ਾਹੇ ਮੌਲਵੀ ਸੱਦ ਲੀਓ, ਅਤੇ ਜਦੋਂ ਲੋਕਾਂ ਤੋਂ ਪੁੱਛਿਆ ਵਿਚਾਰ ਕੇ ਵੀ ਇਹਨਾਂ ਦਾ ਇਤਿਹਾਸ ਲਿਖਣਾ, ਕੋਈ ਸਾਨੂੰ ਇਹੋ ਜਿਹਾ ਬੰਦਾ ਸੂਝਵਾਨ ਹੋਵੇ। ਸੋ ਫਿਰ ਬੂਟੇ ਸ਼ਾਹ ਮੌਲਵੀ ਸੀ, ਲੁਧਿਆਣੇ ਵਿੱਚ ਰਹਿੰਦਾ, ਬੜਾ ਪੁਰਾਣਾ ਬਜ਼ੁਰਗ ਸੀ, ਗਿਆਤਾ ਸੀ। ਸੋ ਸਾਰੇ ਲੋਕਾਂ ਨੇ ਦੱਸਿਆ ਵੀ ਜ਼ਿਆਦਾ ਜਾਣਕਾਰੀ ਤਾਂ ਮੌਲਵੀ ਸਾਹਿਬ ਦੇ ਕੋਲ ਹੀ ਹੋਵੇਗੀ। ਇਹ ਬੜੇ ਪੁਰਾਣੇ ਨੇ, ਵਿਦਵਾਨ ਨੇ, ਗ੍ਰੰਥਾਂ ਦੇ ਜਾਣਕਾਰ ਨੇ। ਲਿਖਣ ਕਿਤਾਬ ਉਸੇ ਫਰਮਾਇਓ, ਅਤੇ ਮੌਲਵੀ ਸਾਹਿਬ ਨੂੰ ਨਾ, ਬੂਟੇ ਸ਼ਾਹ ਮੌਲਵੀ ਨੂੰ ਕਿਤਾਬ ਲਿਖਣ ਵਾਸਤੇ ਅਤੇ ਮਰੇ ਕੈਪਟਨ ਨੇ ਕਹਿ ਦੇਣਾ ਕੀਤਾ ਵੀ ਮੈਨੂੰ ਹੁਕਮ ਹੈ ਮੇਰੀ ਸਰਕਾਰ ਦਾ, ਹਾਕਮ ਦਾ। ਸੋ ਕਿਵੇਂ ਮੁਗਲਾਂ ਦੇ ਨਾਲ ਝਗੜਾ ਹੋਇਆ, ਕੀ ਹੋਇਆ, ਇਹ ਸਾਰਾ ਕੁਝ ਸਾਨੂੰ ਸਹੀ ਲਿਖ ਕੇ ਦਿਓ। ਸਿੰਘਨ ਕੀ ਉਤਪਤੀ ਲਿਖਾਇਓ, ਸਿੰਘਾਂ ਦੀ ਕਿਵੇਂ ਉਤਪਤੀ ਹੋਈ, ਕਿਵੇਂ ਸਾਰਾ ਹੋਇਆ, ਇਹ ਲਿਖ ਕੇ ਮੈਨੂੰ ਦੱਸਣਾ ਕਰੋ। ਜਿਮ ਹੋਏ ਸੱਚ ਸੋਊ ਮੈਂ ਲਿਖਿਓ, ਜੋ ਹੋਊਗਾ ਨਾ ਸੱਚ, ਉਹ ਸੱਚ ਹੀ ਲਿਖਣਾ, ਇਹਦੇ ਵਿੱਚ ਝੂਠ ਨਾ ਲਿਖਾਉਣਾ ਕਰਿਓ। ਮੈਂ ਇਹ ਸਾਰੀ ਵਿਚਾਰ ਕਰਨੀ ਹੈ। ਜਾਂ ਮੈਂ ਝੂਠ ਨਾ ਕਛੂ ਰਲਾਇਓ, ਉਹਦੇ ਵਿੱਚ ਕਿਨਕਾ ਭਰ ਇੱਕ ਰਤੀ ਭਰ ਵੀ ਝੂਠ ਨਾ ਹੋਵੇ। ਯਹ ਜਾਵਗ ਸ਼ਾਹ ਲੰਦਨ ਪਾਸ, ਇਹ ਲੰਦਨ ਦੇ ਵਿੱਚ ਜਾਣਾ ਹੈ ਸਾਡੀ ਸਰਕਾਰ ਦੇ ਕੋਲ। ਔਰ ਦੀਪਨ ਮੈਂ ਹੋਗ ਪ੍ਰਕਾਸ਼, ਅਤੇ ਹੋਰਨਾਂ ਰਾਜਾਂ ਦੇ ਵਿੱਚ ਵੀ ਇਹ ਸਾਰਾ ਜਿਹੜਾ ਗ੍ਰੰਥ ਹੈ, ਇਹ ਜਿਹੜਾ ਹਿਸਟਰੀ ਹੈ, ਇਤਿਹਾਸ ਹੈ, ਉਸੇ ਰੱਖਣਾ। ਜਿਵੇਂ ਕਹਿੰਦੇ ਸੀ ਨਾ ਵੀ ਅੰਗਰੇਜ਼ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ, ਜਿਵੇਂ ਲੰਦਨ। ਸੋ ਇਹ ਦੂਜੇ ਹੋਰ ਵੀ ਦੇਸ਼ਾਂ ਦੇ ਉੱਤੇ, ਕਈਆਂ ਦੇਸ਼ਾਂ 'ਤੇ ਕਬਜ਼ੇ ਕੀਤੇ ਹੋਏ ਸੀ, ਜਿਸ ਤਰ੍ਹਾਂ ਆਸਟ੍ਰੇਲੀਆ ਅਤੇ ਹੋਰਨਾਂ ਦੇਸ਼ਾਂ 'ਤੇ। ਉਹਨਾਂ ਸਾਰਿਆਂ ਦੇਸ਼ਾਂ ਦੇ ਵਿੱਚ ਇਹ ਕਹਿੰਦੇ ਅਸੀਂ ਇਤਿਹਾਸ ਜਿਹੜਾ ਹੈ ਉਹ ਭੇਜਣਾ ਹੈ, ਹਿਸਟਰੀ ਹੈ। ਸੋ ਸਹੀ ਲਿਖਣਾ ਹੈ। ਦੋਹਰਾ ਐਸ ਤਕੀਦ ਕਰ ਬੂਟੇ ਸ਼ਾਹ ਸਮਝਾਏ, ਇਸ ਤਰ੍ਹਾਂ ਤਕੀਦ ਕਰਕੇ ਨਾ ਸਾਰੀ ਬੜੇ ਤਰੀਕੇ ਦੇ ਨਾਲ, ਅਤੇ ਕੈਪਟਨ ਮਰੇ ਨੇ ਬੂਟੇ ਸ਼ਾਹ ਮੌਲਵੀ ਨੂੰ ਸਾਰੀ ਗੱਲ ਸਮਝਾ ਦਿੱਤੀ। ਲਿਖਿਓ ਹਕੀਕਤ ਖਾਲਸੇ, ਜਿਮ ਸਿੰਘਨ ਭਇਓ ਵਧਾਏ, ਕਹਿਣ ਲੱਗੇ ਉਹ ਸਾਰੀ ਹਕੀਕਤ ਉਵੇਂ ਲਿਖੋ ਜਿਵੇਂ ਸਿੰਘਾਂ ਦੇ ਰਾਜ ਵਿੱਚ ਅੱਗੇ ਵਾਧਾ ਹੋਇਆ, ਉਹ ਸਾਰਾ ਕੁਝ ਹੀ ਲਿਖਣਾ ਕਰਿਓ। ਸੋ ਇਸ ਤੋਂ ਅੱਗੇ ਆਪਾਂ ਕੱਲ੍ਹ ਦੇ ਦੀਵਾਨ ਦੇ ਅੰਦਰ ਸਰਵਣ ਕਰਾਂਗੇ, ਜਿਵੇਂ ਫਿਰ ਅੱਗੇ ਭਾਈ ਰਤਨ ਸਿੰਘ ਜੀ, ਉਹਨਾਂ ਦਾ ਮਿਲਾਪ ਹੋਵੇਗਾ ਉੱਥੇ ਕਚਹਿਰੀ ਦੇ ਵਿੱਚ ਹੀ, ਕੈਪਟਨ ਦੀ ਕਚਹਿਰੀ ਦੇ ਵਿੱਚ ਹੀ ਗਏ ਸੀ ਚੱਲ ਕਰਕੇ। ਅਤੇ ਜਦੋਂ ਸਾਰੀ ਗੱਲ ਬੂਟੇ ਸ਼ਾਹ ਮੌਲਵੀ ਨਾਲ ਹੋ ਰਹੀ ਸੀ, ਉੱਥੇ ਭਾਈ ਸਾਹਿਬ ਕਹਿੰਦੇ ਅਸੀਂ ਵੀ ਸਾਂ, ਅਤੇ ਭਾਈ ਰਤਨ ਸਿੰਘ ਜੀ ਦੱਸਣਗੇ ਅੱਗੇ ਵੀ ਕਿਵੇਂ ਮੈਂ ਜਾ ਕਰਕੇ ਫਿਰ ਕੈਪਟਨ ਮਰੇ ਨੂੰ ਮਿਲਿਆ। ਉਹ ਸਾਰਾ ਇਤਿਹਾਸ ਆਵੇਗਾ, ਆਪਾਂ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰੇ। ਸੋ ਪਾਵਨ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬ, ਗੁਰੂ ਕੀ ਸੰਗਤ ਬਖਸ਼ਿੰਦ ਹੋ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।